ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਈਡੀ ਨੇ ਕੀਤਾ ਗ੍ਰਿਫਤਾਰ। ਚੰਡੀਗੜ੍ਹ ਦੇ ਈਡੀ ਦਫ਼ਤਰ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਹੋਈ ਗ੍ਰਿਫਤਾਰੀ। ਡਰੱਗ ਤੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਕੀਤੀ ਕਾਰਵਾਈ। ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ। ਸੀਐਮ ਦੇ ਮਜੀਠੀਆ ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ ਅਕਾਲੀ ਦਲ ਦੇ ਵਿਧਾਇਕ। ਸੀਐਮ ਦੀ ਸੀਟ ਦੇ ਕੋਲ ਪਹੁੰਚ ਕੇ ਕੀਤਾ ਪ੍ਰਦਰਸ਼ਨ। ਸਿੱਧੂ ਮਜੀਠੀਆ ਵਿਚਾਲੇ ਹੋਈ ਤੂੰ ਮੈਂ। ਵਿਧਾਨ ਸਭਾ ਦੇ ਵਿੱਚ ਬੀਐਸਐਫ ਤੇ ਕੇਂਦਰ ਦੇ ਫੈਸਲੇ ਦੇ ਖਿਲਾਫ ਮਤਾ ਪਾਸ। ਪੰਜਾਬ ਨੇ ਰੱਦ ਕੀਤਾ ਕੇਂਦਰ ਦਾ ਨੋਟੀਫਿਕੇਸ਼ਨ। ਡਿਪਟੀ ਸੀਐਮ ਰੰਧਾਵਾ ਬੋਲੇ ਪੰਜਾਬ ਪੁਲਿਸ ਸੁਰੱਖਿਆ 'ਚ ਪੂਰੀ ਤਰ੍ਹਾਂ ਸਮਰੱਥ। ਤੇ ਫਿਰੋਜ਼ਪੁਰ ਹਿੰਸਾ ਮਾਮਲੇ ਦੇ ਵਿੱਚ ਅਕਾਲੀ ਉਮੀਦਵਾਰ ਵਰਦੇਵ ਨੋਨੀਮਾਨ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ। ਡਰਾਈਵਰ ਦੇ ਖਿਲਾਫ ਵੀ ਹੋਈ ਐਫਆਈਆਰ। ਕੱਲ ਕਿਸਾਨਾਂ ਦੇ ਨਾਲ ਹੋਈ ਸੀ ਹਿੰਸਕ ਝੜਪ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ ਦਿਨ ਦੀਆਂ ਦੋ ਵੱਡੀਆਂ ਖਬਰਾਂ ਦੇ ਨਾਲ। ਜੀ ਹਾਂ, ਦੋ ਤਸਵੀਰਾਂ ਦੇ ਨਾਲ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵਕਤ ਦੀਆਂ ਦੋ ਵੱਡੀਆਂ ਖਬਰਾਂ ਦੇ ਨਾਲ। ਇੱਕ ਪਾਸੇ ਸਦਨ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਕਿਉਂਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਜਾਰੀ ਹੈ। ਦੂਜਾ ਤੇ ਆਖਰੀ ਦਿਨ ਅੱਜ। ਤੇ ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖਬਰ ਆਈ। ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਈਡੀ ਨੇ ਗ੍ਰਿਫਤਾਰ ਕੀਤਾ ਹੈ। ਤੇ ਤੁਹਾਨੂੰ ਦੱਸ ਦਈਏ ਡਰੱਗ ਤੇ ਮਨੀ ਲਾਂਡਰਿੰਗ ਮਾਮਲਾ ਪੂਰਾ, ਜਿਸ ਦੇ ਵਿੱਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਸੀ। 2 ਦਿਨ ਤੋਂ ਪੁੱਛਗਿੱਛ ਦੇ ਲਈ ਬੁਲਾਇਆ ਜਾ ਰਿਹਾ ਸੀ। ਤੇ ਜਦੋਂ ਪੁੱਛਗਿੱਛ ਦੇ ਲਈ ਅੱਜ ਪਹੁੰਚੇ ਤਾਂ ਕਰੀਬ 2.5 ਤੋਂ 3 ਘੰਟੇ ਪੁੱਛ ਪੜਤਾਲ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਅਰੈਸਟ ਕਰ ਲਿਆ ਗਿਆ। ਤੇ ਦੂਜੇ ਪਾਸੇ ਸਦਨ ਦੇ ਵਿੱਚ ਹੰਗਾਮਾ ਹੋਇਆ, ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਸ ਵਕਤ ਦੀਆਂ ਦੋ ਵੱਡੀਆਂ ਖਬਰਾਂ। ਸਦਨ ਦੇ ਵਿੱਚ ਦਰਅਸਲ 2 ਵਾਰੀ ਕਾਰਵਾਈ ਨੂੰ ਪਹਿਲਾਂ ਮੁਲਤਵੀ ਕਰਨਾ ਪਿਆ। ਇੱਕ ਵਾਰੀ 15 ਮਿੰਟ ਦੇ ਲਈ, ਦੂਜੀ ਵਾਰੀ 10 ਮਿੰਟ ਦੇ ਲਈ। ਤੇ ਇੱਕ ਵਾਰ ਫਿਰ ਤੋਂ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਨਾਲ ਹੀ ਅਕਾਲੀ ਦਲ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਅਕਾਲੀ ਦਲ ਨੇ ਕਿਹਾ ਕਿ ਸੀਐਮ ਆਪਣੇ ਬੋਲੇ ਗਏ ਸ਼ਬਦ ਦੇ ਲਈ ਮੁਆਫੀ ਮੰਗਣ। ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਬਹੁਤ ਹਮਲਾਵਰ ਨਜ਼ਰ ਆਇਆ ਕਾਂਗਰਸ ਦੇ ਉੱਤੇ, ਮੁੱਖ ਮੰਤਰੀ ਦੇ ਉੱਤੇ। ਤੇ ਇਸ ਸਭ ਦੇ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ ਤੇ ਕਾਰਵਾਈ ਨੂੰ ਇੱਕ ਵਾਰ ਫਿਰ ਤੋਂ ਮੁਲਤਵੀ ਕਰਨਾ ਪਿਆ। ਕਰੀਬ 15 ਮਿੰਟ ਦੇ ਲਈ ਅਸੀਂ ਤੁਹਾਡੇ ਤੱਕ ਅਪਡੇਟ ਪਹੁੰਚਾਵਾਂਗੇ ਕਾਰਵਾਈ ਨੂੰ ਲੈ ਕੇ। ਇਸ ਸਮੇਂ ਕੀ ਕੁਝ ਜਾਣਕਾਰੀ ਮਿਲ ਰਹੀ ਹੈ, ਪਰ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਆ ਕੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਕਿਉਂਕਿ ਸਪੀਕਰ ਦੇ ਵੱਲੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਾਹਰ ਜਾਣ ਦੇ ਆਦੇਸ਼ ਦੇ ਦਿੱਤੇ ਗਏ ਸਨ। ਤਾਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗਏ ਸੀ ਕਿ ਅਕਾਲੀ ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ, ਬਾਹਰ ਭੇਜ ਦਿੱਤਾ ਜਾਵੇ। ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜ਼ਬਰਦਸਤ ਹੰਗਾਮਾ ਉੱਥੇ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ। ਅਕਾਲੀ ਦਲ ਬਾਹਰ ਆ ਕੇ ਪ੍ਰਦਰਸ਼ਨ ਕਰ ਰਿਹਾ। ਉਸ ਦੀਆਂ ਤਸਵੀਰਾਂ ਵੀ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੀਆਂ। ਤੇ ਦੂਜੇ ਪਾਸੇ ਗੱਲ ਸੁਖਪਾਲ ਖਹਿਰਾ ਦੀ ਹੋਣੀ ਅੱਜ ਬਹੁਤ ਜ਼ਰੂਰੀ ਹੈ। ਸੁਖਪਾਲ ਖਹਿਰਾ ਭੁਲੱਥ ਤੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ, ਜਿੱਤੇ। ਤੇ ਉਸ ਤੋਂ ਬਾਅਦ ਜਦੋਂ ਐਚਐਸ ਫੂਲਕਾ ਨੇ ਅਸਤੀਫਾ ਦਿੱਤਾ ਤਾਂ ਫਿਰ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਵੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦਿੱਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਪਾਰਟੀ ਦੇ ਨਾਲ ਵਖਰੇਵੇਂ ਆਏ, ਅਹੁਦੇ ਤੋਂ ਲਾ ਦਿੱਤਾ ਗਿਆ। ਫਿਰ ਉਹਨਾਂ ਨੇ ਪਾਰਟੀ ਛੱਡ ਦਿੱਤੀ, ਆਪਣੀ ਪਾਰਟੀ ਬਣਾਈ। 2019 ਦੀ ਲੋਕ ਸਭਾ ਚੋਣ ਲੜੀ, ਜਿੱਤ ਨਹੀਂ ਸਕੇ। ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਵੱਲੋਂ ਐਂਟਰੀ ਕੀਤੀ ਗਈ ਹੈ ਕਾਂਗਰਸ ਦੇ ਵਿੱਚ। ਤਾਂ ਕਾਂਗਰਸ ਦੇ ਵਿੱਚ ਐਂਟਰੀ ਕੀਤੀ ਗਈ ਹੈ ਸੁਖਪਾਲ ਖਹਿਰਾ ਦੇ ਵੱਲੋਂ। ਤੇ ਇਸ ਸਭ ਦੇ ਵਿਚਾਲੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਸੁਖਪਾਲ ਖਹਿਰਾ ਦੇ ਖਿਲਾਫ। ਤੇ ਉਸ ਮਾਮਲੇ ਦੇ ਵਿੱਚ ਉਹ ਡਰੱਗਸ ਦਾ ਪੂਰਾ ਕੇਸ ਸੀ, ਮਨੀ ਲਾਂਡਰਿੰਗ ਦਾ ਕੇਸ ਜੋ ਇਲਜ਼ਾਮ ਲੱਗੇ ਸਨ। ਉਸ ਮਾਮਲੇ 'ਚ ਈਡੀ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਗ੍ਰਿਫਤਾਰੀ ਅੱਜ ਕੀਤੀ ਗਈ ਹੈ। ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ। 2.5-3 ਘੰਟੇ ਦੀ ਪੁੱਛਗਿੱਛ ਹੋਈ ਤੇ ਉਸ ਤੋਂ ਬਾਅਦ ਜਿਹੜਾ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਇੱਕ ਇੱਕ ਕਰਕੇ ਵੱਡੀਆਂ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ। ਪਹਿਲਾਂ ਗੱਲ ਸੈਸ਼ਨ ਦੀ, ਤੇ ਜਿਵੇਂ ਹੀ ਸੁਖਪਾਲ ਖਹਿਰਾ ਨੂੰ ਲੈ ਕੇ ਅਪਡੇਟ ਆਉਂਦੀ ਹੈ ਉਸ ਵਾਲੇ ਪਾਸੇ ਵੀ ਜਾਵਾਂਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਈਡੀ ਦੀ ਟੀਮ ਸੁਖਪਾਲ ਖਹਿਰਾ ਨੂੰ ਲੈ ਕੇ ਗਈ ਹੈ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਦੇ ਵਿੱਚ, ਜਿਹੜਾ ਸਰਕਾਰੀ ਹਸਪਤਾਲ ਹੈ ਉੱਥੇ ਮੈਡੀਕਲ ਕਰਵਾਉਣ ਦੇ ਲਈ ਇੱਕ ਪ੍ਰੋਸੈਸ ਹੁੰਦਾ ਹੈ, ਜ਼ਰੂਰੀ ਹੁੰਦਾ ਹੈ ਕਿ ਮੈਡੀਕਲ ਜਿਸ ਵੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਮੈਡੀਕਲ ਕਰਵਾਉਣਾ ਹੁੰਦਾ। ਉਸ ਵਾਲੀ ਖਬਰ ਦੇ ਉੱਤੇ ਜਾਵਾਂਗੇ ਜਿਵੇਂ ਹੀ ਸੁਖਪਾਲ ਖਹਿਰਾ ਨੂੰ ਲੈ ਕੇ ਸਾਡੇ ਕੋਲ ਅਪਡੇਟ ਆਉਂਦੀ ਹੈ। ਪਰ ਇਸ ਸਭ ਦੇ ਵਿਚਾਲੇ ਗੱਲ
ਕਰਾਂਗੇ ਅਸੀਂ ਸੈਸ਼ਨ ਦੀ। ਵਿਧਾਨ ਸਭਾ ਦਾ ਸੈਸ਼ਨ ਜਾਰੀ ਹੈ। ਥੋੜੀ ਦੇਰ ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਪ੍ਰੈਸ ਕਾਨਫਰੰਸ ਕਰਨਗੇ। ਸੀਐਮ ਤੋਂ ਮੁਆਫੀ ਦੀ ਮੰਗ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਹੈ। ਅੰਦਰ ਸਦਨ ਦੇ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਤੇ ਸੀਐਮ ਤੋਂ ਮੁਆਫੀ ਦੀ ਮੰਗ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮੰਗ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਅੰਦਰ ਹੰਗਾਮਾ ਹੋਇਆ। ਹੰਗਾਮੇ ਦੇ ਵਿਚਾਲੇ ਕਾਰਵਾਈ ਨੂੰ 15 ਮਿੰਟ ਦੇ ਮੁਲਤਵੀ ਕਰਨਾ ਪਿਆ ਤੇ ਇਸ ਮੁਲਤਵੀ ਕਰਨ ਦੇ ਆਦੇਸ਼ ਦੇ ਨਾਲ ਸਪੀਕਰ ਨੇ ਆਦੇਸ਼ ਦਿੱਤਾ ਕਿ ਅਕਾਲੀ ਵਿਧਾਇਕਾਂ ਨੂੰ ਵੀ ਬਾਹਰ ਕਰ ਦਿੱਤਾ ਜਾਵੇ। ਕੁਝ ਹੀ ਪਲਾਂ ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਇਸ ਪੂਰੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਤੋਂ ਮੰਗ ਹੋ ਰਹੀ ਹੈ ਕਿ ਆਪਣੇ ਸ਼ਬਦ ਦੇ ਲਈ ਮੁਆਫੀ ਮੰਗਣ। ਤਾਂ ਸਦਨ ਦੇ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਸਪੀਕਰ ਨੇ ਐਸਏਡੀ ਦੇ ਵਿਧਾਇਕਾਂ ਨੂੰ ਬਾਹਰ ਕੀਤਾ ਹੈ। ਮਾਰਸ਼ਲਾਂ ਨੇ ਵਿਧਾਇਕਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਹੈ। ਥੋੜੀ ਦੇਰ ਦੇ ਵਿੱਚ ਜੋ ਅਸੀਂ ਪਹਿਲਾਂ ਜਾਣਕਾਰੀ ਦਿੱਤੀ ਤੁਹਾਨੂੰ, ਥੋੜੀ ਦੇਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ। ਕੁਝ ਹੀ ਪਲਾਂ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਦਾ ਆਗਾਜ਼ ਹੋਏਗਾ। ਮਾਰਸ਼ਲਾਂ ਨੇ ਵਿਧਾਇਕਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਹੈ। ਸਦਨ ਦੇ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਅੱਜ ਵਿਧਾਨ ਸਭਾ ਦਾ ਸੈਸ਼ਨ ਤੇ ਸੈਸ਼ਨ ਦੇ ਵਿੱਚ ਕੀ ਕੁਝ ਹੋਇਆ ਪੂਰੇ ਦਿਨ ਦੀ ਅਪਡੇਟ ਤੁਹਾਨੂੰ ਦਵਾਂਗੇ। ਪਰ ਪਿਛਲੇ 1 ਘੰਟੇ ਦੇ ਵਿੱਚ ਜਿੰਨਾ ਹੰਗਾਮਾ ਹੋਇਆ ਹੈ ਉਸ ਦੀ ਤੁਹਾਨੂੰ ਅਪਡੇਟ ਦੇ ਰਹੇ ਹਾਂ। ਕਾਰਵਾਈ ਨੂੰ 2 ਵਾਰੀ ਮੁਲਤਵੀ ਕਰਨਾ ਪਿਆ ਸੀ। ਤੀਜੀ ਵਾਰ ਕਾਰਵਾਈ ਮੁਲਤਵੀ ਕਰਨੀ ਪਈ 15 ਮਿੰਟ ਦੇ ਲਈ, ਜਦੋਂ ਸੀਐਮ ਦੇ ਭਾਸ਼ਣ ਦੇ ਦੌਰਾਨ, ਸੀਐਮ ਦੇ ਸੰਬੋਧਨ ਦੇ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਮੰਗ ਕੀਤੀ ਕਿ ਸੀਐਮ ਆਪਣੇ ਵੱਲੋਂ ਬੋਲੇ ਗਏ ਸ਼ਬਦ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ। ਤੇ ਇਸ ਵਿਚਾਲੇ 15 ਮਿੰਟ ਦੇ ਲਈ ਕਾਰਵਾਈ ਨੂੰ ਇੱਕ ਵਾਰ ਫਿਰ ਤੋਂ ਮੁਲਤਵੀ ਕਰਨਾ ਪਿਆ ਤੇ ਨਾਲ ਹੀ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜਾਵੇ। ਜਦੋਂ ਵਿਧਾਇਕ ਨਹੀਂ ਗਏ ਤਾਂ ਫਿਰ ਮਾਰਸ਼ਲਸ ਨੂੰ ਬੁਲਾ ਲਿਆ ਗਿਆ। ਮਾਰਸ਼ਲਸ ਵਿਧਾਨ ਸਭਾ ਦੇ ਅੰਦਰ ਸਿਕਿਉਰਿਟੀ ਤੈਨਾਤ ਹੁੰਦੇ ਨੇ। ਮਾਰਸ਼ਲਸ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਨੂੰ ਬਾਹਰ ਕਰੋ। ਤਾਂ ਫਿਰ ਅਕਾਲੀ ਦਲ ਦੇ ਵਿਧਾਇਕਾਂ ਨੂੰ ਧੱਕੇ ਮਾਰ ਕੇ ਬਾਹਰ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖੋ, ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ। ਤਾਂ ਜਦੋਂ ਬਾਹਰ ਕੱਢਿਆ ਗਿਆ ਧੱਕੇ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ, ਉਸ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ, ਤੁਹਾਨੂੰ ਦਿਖਾ ਰਹੇ ਹਾਂ। ਤਾਂ ਉੱਥੇ ਬਾਹਰ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਉੱਤੇ ਤਸਵੀਰਾਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਾਹਰ ਕੱਢਣ ਦੀਆਂ। ਬਿਕਰਮ ਮਜੀਠੀਆ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੁਣ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ। ਬਾਹਰ ਆ ਚੁੱਕੇ ਨੇ ਅਕਾਲੀ ਦਲ ਦੇ ਆਗੂ। ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਾਹਰ ਆ ਚੁੱਕੇ ਨੇ ਤੇ ਕੁਝ ਹੀ ਪਲਾਂ ਦੇ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਸ਼ੁਰੂ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਿਆਂ ਕਿ ਪ੍ਰੈਸ ਕਾਨਫਰੰਸ ਦਾ 5 ਵਜੇ ਦਾ ਟਾਈਮ ਦੇ ਦਿੱਤਾ ਗਿਆ ਸੀ, ਹਾਲਾਂਕਿ ਅਜੇ ਤੱਕ ਪ੍ਰੈਸ ਕਾਨਫਰੰਸ ਸ਼ੁਰੂ ਨਹੀਂ ਹੋ ਸਕੀ ਹੈ। ਵਿਧਾਨ ਸਭਾ ਦੀ ਕਾਰਵਾਈ ਇਸ ਸਭ ਦੇ ਵਿਚਾਲੇ ਇੱਕ ਅਪਡੇਟ ਇਹ ਵੀ ਆ ਗਿਆ ਕਿ ਵਿਧਾਨ ਸਭਾ ਦੀ ਕਾਰਵਾਈ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਮਨਪ੍ਰੀਤ ਬਾਦਲ ਇਸ ਸਮੇਂ ਬੋਲ ਰਹੇ ਨੇ। ਵਿਧਾਨ ਸਭਾ ਦੇ ਵਿੱਚ ਬਿਜਲੀ ਦੇ ਉੱਤੇ ਵਾਈਟ ਪੇਪਰ ਪੇਸ਼ ਕਰ ਦਿੱਤਾ ਗਿਆ ਹੈ। ਬਿਜਲੀ ਦੇ ਮਾਮਲੇ ਦੀ ਜਾਂਚ ਹੋਵੇ, ਕਿਸ ਨੇ ਪੰਜਾਬ ਦੇ ਨਾਲ ਧੋਖਾ ਕੀਤਾ, ਇਸ ਸਮੇਂ ਸਰਕਾਰ ਦੇ ਨੁਮਾਇੰਦੇ ਇਹ ਦਾਅਵਾ ਕਰ ਰਹੇ ਨੇ। ਵੱਡੀ ਖਬਰ ਇੱਕ ਹੋਰ ਆ ਰਹੀ ਹੈ। ਬਿਜਲੀ ਨੂੰ ਲੈ ਕੇ, ਬਿਜਲੀ ਦੇ ਮੁੱਦੇ ਉੱਤੇ ਵਾਈਟ ਪੇਪਰ ਪੇਸ਼ ਕਰ ਦਿੱਤਾ ਗਿਆ ਹੈ। ਇੱਕ ਪਾਸੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਾਹਰ ਕੱਢਿਆ ਗਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸਦਨ ਦੇ ਅੰਦਰੋਂ ਵੀ ਸਾਡੇ ਕੋਲ ਇਸ ਸਮੇਂ ਅਪਡੇਟ ਹੈ ਕਿ ਸਦਨ ਦੇ ਅੰਦਰ ਅਕਾਲੀ ਦਲ ਦੇ ਵਿਧਾਇਕ ਬਾਹਰ ਤੇ ਸਦਨ ਦੇ ਅੰਦਰ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ ਤੇ ਮਨਪ੍ਰੀਤ ਬਾਦਲ ਇਸ ਸਮੇਂ ਬੋਲ ਰਹੇ ਨੇ। ਵਿਧਾਨ ਸਭਾ ਦੇ ਵਿੱਚ ਬਿਜਲੀ ਦੇ ਮੁੱਦੇ ਉੱਤੇ ਵਾਈਟ ਪੇਪਰ ਪੇਸ਼ ਕੀਤੇ ਗਏ ਨੇ। ਅਕਾਲੀ ਦਲ ਦੇ ਵਿਧਾਇਕ ਬਾਹਰ ਆ ਰਹੇ ਨੇ। ਪੰਕਜ ਕਪਾਹੀ ਉੱਥੇ ਮੌਜੂਦ ਨੇ, ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਪੰਕਜ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਹੋਵੇ ਤਾਂ ਓਵਰ ਟੂ ਯੂ। बिल्कुल गौरव, इस वेले दी मैं तस्वीरें दिखाना चाहूंगा। अकाली दल के लीडर बाहर आ रहे ने और इस वेले इंतजार किया जा रहा है कि वो की कुछ करते हैं, किस तरीके नाल उन्हां दा बयान जिहड़ा वा निकल के सामने आंदा है। क्योंकि अज नवजोत सिद्धू और बिक्रम सिंह मजीठिया दे विचाले एक तलखी देखण नूं मिली। बहुत सारा तनावपूर्ण माहौल उस वेले बन गया सीगा जदों हथों पाई दी नौबत वाली तस्वीर भी जिहड़ी है वो बनदी हुई नजर आ रही सीगी। तां इस वेले अकाली दल के लीडर जिहड़े ने वो बाहर आ रहे ने और ये तस्वीर ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਬਿਕਰਮ ਮਜੀਠੀਆ ਨਾਰੇਬਾਜ਼ੀ ਕਰ ਰਹੇ ਨੇ ਔਰ ਸਰਕਾਰ ਦੇ ਖਿਲਾਫ ਜਿਹੜਾ ਵਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ। ਇਹ ਸਿੱਧਾ ਪੰਜਾਬ ਭਵਨ ਪਹੁੰਚੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਵਾ ਕਿ ਪੰਜਾਬ ਭਵਨ ਜਿਹੜਾ ਪਹੁੰਚਿਆ ਜਾਵੇ। ਅੱਜ ਬਹੁਤ ਹੰਗਾਮਾ ਦੇਖਣ ਨੂੰ ਮਿਲਿਆ। ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ, ਬਸ ਧੱਕਾ ਮੁੱਕੀ ਤੱਕ ਨੌਬਤ ਜਿਹੜੀ ਉਹ ਪਹੁੰਚ ਚੁੱਕੀ ਸੀਗੀ।
ਦਰਅਸਲ ਇਹ ਆਪ ਹੀ ਇੱਕ ਬੜਾ ਵੱਡਾ ਮਹਾਨ ਪਵਿੱਤਰ ਹਾਊਸ ਆ ਔਰ ਜਿਹਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਬੋਲਣ ਦੀ ਤਮੀਜ਼ ਹੀ ਨਹੀਂ ਔਰ ਉਹਨਾਂ ਦੇ ਬੋਲਣ ਦਾ ਸਟੇਟਸ ਇੰਨਾ ਘਟੀਆ ਆ ਕਿ ਆਮ ਵਰਗਲ ਬਾਹਰ ਲੋਕ ਵੀ ਇਸ ਤਰ੍ਹਾਂ ਗੱਲ ਨਹੀਂ ਕਰਦੇ ਜਿਸ ਤਰੀਕੇ ਨਾਲ ਕਰਦੇ ਆ। ਤੇ ਜਦੋਂ ਵਾਕਿਆ ਲੈਂਗੁਏਜ ਜਿਹੜੀ ਉਹ ਆਪਣੇ ਮਿਆਰ ਤੋਂ ਡਿੱਗ ਪੈਂਦੀ ਆ ਨਾ, ਫਿਰ ਉਹ ਜਿਹੜਾ ਹਾਲਾਤ ਖਰਾਬ ਕਰ ਦਿੰਦੀ। ਦੋਵਾਂ ਪਾਸੇ ਨਵਜੋਤ ਸਿੱਧੂ ਵੀ ਔਰ ਵਿਕਰਮ ਮਜੀਠੀਆ ਵੀ ਦੋਵੇਂ ਇੱਕ ਦੂਸਰੇ ਤੇ ਕਟਾ ਮਜੀਠੀਆ ਉਹਨਾਂ ਨੇ ਤੇ ਬਾਅਦ ਜਦੋਂ ਉਹਨਾਂ ਪੁਆਇੰਟ ਆਊਟ ਕੀਤਾ ਜੇ ਇੱਕ ਜਣਾ ਕਰੇ ਤੇ ਦੂਜੇ ਜਣੇ ਨੇ ਤੇ ਸ਼ੁਰੂ ਕਰਨਾ ਹੀ ਹੁੰਦਾ, ਬਟ ਅਸੀਂ ਕਹਿੰਦੇ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਠੀਕ ਲੈਂਗੁਏਜ ਹੋਣੀ ਚਾਹੀਦੀ ਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਸੀਂ ਕਹਿ ਰਹੇ ਹੋ ਮਾਫੀ ਮੰਗਣ, ਕਿਸ ਗੱਲ ਤੇ ਮਾਫੀ ਮੰਗਣ ਦਾ ਜ਼ਿਕਰ ਅਕਾਲੀ ਦਲ ਉਹਨਾਂ ਨੇ ਗੱਲਬਾਤ ਜਿਹੜੀ ਆ ਨਾ ਉਹਨਾਂ ਦਾ ਕਰਨ ਦਾ ਤਰੀਕਾ ਇੰਨਾ ਗਲਤ ਸੀ ਔਰ ਐ ਪੁਆਇੰਟ ਆਊਟ ਕਰਕੇ ਦੂਜੇ ਨੂੰ ਮਾੜਾ ਕਹਿਣਾ ਜਿਹੜਾ ਆ ਨਾ, ਇਹ ਤੇ ਕੋਈ ਬੰਦਾ ਬਰਦਾਸ਼ਤ ਕਰਦਾ ਹੀ ਨਹੀਂ। ਉਹ ਕਹਿ ਰਹੇ ਕਿ ਅਕਾਲੀ ਦਲ ਗੱਦਾਰ ਪਾਰਟੀ ਹੈ, ਪੰਜਾਬ ਦੀ ਗੱਦਾਰ ਪਾਰਟੀ ਹੈ। ਗੱਦਾਰ ਤੇ ਉਹ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਢਾਇਆ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਾਟੇਰੀ ਕੀਤਾ, ਜਿਨ੍ਹਾਂ ਨੇ ਹਜ਼ਾਰਾਂ ਸਾਡੇ ਨੌਜਵਾਨਾਂ ਨੂੰ ਮਾਰਿਆ। ਗੱਦਾਰ ਉਹ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਦੁਸ਼ਮਣ ਹੈ, ਹਮੇਸ਼ਾ ਹਮਾਇਤ ਸਮਰਥਨ ਅਕਾਲੀ ਦਲ ਆਰਐਸਐਸ ਨੂੰ ਕਰਦਾ ਰਿਹਾ। ਕੋਈ ਪੁਰਾਣੀਆਂ ਗੱਲਾਂ ਜਿਹੜੀਆਂ ਕਰਦੇ ਨੇ ਨਾ ਜੀ, ਇਹਨਾਂ ਦਾ ਵੀ ਉੱਥੇ ਬੰਬੇ ਦੇ ਵਿੱਚ ਅਲਾਇੰਸ ਹੈਗਾ ਆ। ਇਹ ਤੇ ਪੋਲੀਟੀਕਲ ਆ, ਕਿੱਥੇ ਕੀ ਚੱਲ ਰਿਹਾ ਆ। ਜਦੋਂ ਸਾਡੇ ਨਾਲ ਉਹਨਾਂ ਦਾ ਅਲਾਇੰਸ ਸੀ ਉਦੋਂ ਕੋਈ ਐਸੀ ਗੱਲ ਨਹੀਂ, ਜਦੋਂ ਉਹਨਾਂ ਨੇ ਕੋਈ ਗਲਤ ਤਰੀਕਾ ਅਖਤਿਆਰ ਕੀਤਾ ਆਪਾਂ ਉਹਦਾ ਨਾਲ ਅਲਾਇੰਸ ਤੋੜ ਦਿੱਤਾ। ਕਹਿੰਦੇ ਪਰਦੇ ਦੇ ਪਿੱਛੇ ਅੱਜ ਵੀ ਮਿਲੇ ਹੋਏ ਨੇ। ਬਿਲਕੁਲ, ਇਹ ਅੱਗੇ ਕੈਪਟਨ ਨੂੰ ਕਹੀ ਜਾਂਦੇ ਸੀ, ਹੁਣ ਕੈਪਟਨ ਕਿੱਥੇ ਆ? ਹੁਣ ਇਹਨਾਂ ਕੱਲ ਨੂੰ ਕਹਿਣਾ ਚੰਨੀ ਨਾਲ ਮਿਲੇ ਹੋਏ ਨੇ। ਇਹ ਤੇ ਕਾਨਫਰੰਸ ਕਰਨ ਜਾ ਰਹੇ ਹੋ, ਕੀ ਤੁਹਾਡੀ ਪ੍ਰੈਸ ਕਾਨਫਰੰਸ? ਇਹੋ ਹੀ ਨੇ ਵੀ ਜੋ ਕੁਝ ਇਹਨਾਂ ਨੇ ਕੀਤਾ ਆ ਬਹੁਤ ਮਾੜਾ ਆ ਔਰ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਬਿੱਲ ਸੀ ਉਹਨਾਂ 'ਚ ਬਹਿਸ ਕਰਨ ਦਾ ਸਾਡਾ ਮੌਕਾ ਜਿਹੜਾ ਸੀ ਉਹਨੂੰ ਸਾਡੀ ਬਹਿਸ ਤੋਂ ਚਾਲੂ ਸਨ, ਇਸ ਕਰਕੇ ਇਹਨਾਂ ਨੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਵਾਈਟ ਪੇਪਰ ਜਾਰੀ ਕਰਤਾ ਮਨਪ੍ਰੀਤ ਬਾਦਲ। ਚੰਗੀ ਗੱਲ ਆ, ਸਾਨੂੰ ਕੀ ਇਤਰਾਜ਼ ਆ ਉਹਦੇ ਵਿੱਚ? ਸਾਡੀ ਵੱਲੋਂ ਸਾਰੇ ਕੁਝ ਹੀ ਰੱਦ ਕਰ ਦੇਣ, ਸਾਨੂੰ ਕੀ ਇਤਰਾਜ਼? ਜ਼ਿੰਮੇਵਾਰੀ ਇਹਨਾਂ ਦੀ ਆ। ਸਾਡੇ ਵੇਲੇ ਸਰਪਲਸ ਬਿਜਲੀ ਸੀ, ਲੋਕ ਖੁਸ਼ੀ ਸੀ, 5 ਰੁਪਏ ਬਿਜਲੀ ਮਿਲਦੀ ਸੀ, ਉਹੋ ਹੀ ਯੂਨਿਟ ਸਨ, ਉਹੋ ਹੀ ਪਾਵਰ ਪਲਾਂਟ ਸੀ ਜਿਨ੍ਹਾਂ ਤੋਂ ਬਿਜਲੀ ਮਿਲਦੀ ਸੀ। ਅੱਜ ਇਹ ਨਹੀਂ ਆਂਦੇ ਵੀ ਉਹ ਠੀਕ ਨਹੀਂ ਕਰ ਦੇਣ ਆਪੇ ਬਿਜਲੀ। ਈਡੀ ਨੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਵਾ, ਕਿਸ ਤਰੀਕੇ ਨਾਲ ਦੇਖਦੇ ਹੋ? ਉਹਦਾ ਮੈਨੂੰ ਪਤਾ ਨਹੀਂਗਾ, ਪਤਾ ਨਹੀਂ ਉਹਦੇ ਖਿਲਾਫ ਕੀ ਐਲੀਗੇਸ਼ਨ ਹੈ। ਵੇਖੋ ਮੈਂ ਉਹਦੇ ਬਾਰੇ ਜਾਣਕਾਰੀ ਨਹੀਂ ਰੱਖਦਾ। ਠੀਕ ਹੈ, ਤਾਂ ਤਸਵੀਰ ਰਜਿੰਦਰ ਇਹ ਦਿਖਾਓ ਕਿ ਇਸ ਵੇਲੇ ਅਕਾਲੀ ਦਲ ਦੇ ਲੀਡਰ ਕੁਝ ਇੱਥੇ ਰੁਕੇ ਵੀ ਨੇ ਔਰ ਆਪਣੀ ਗੱਲ ਰੱਖ ਰਹੇ ਨੇ ਔਰ ਕੁਝ ਲੀਡਰ ਜਿਹੜੇ ਨੇ ਉਹ ਪੰਜਾਬ ਭਵਨ ਦੇ ਲਈ ਰਵਾਨਾ ਹੋ ਗਏ ਨੇ। ਪੰਜਾਬ ਭਵਨ ਜਿਹੜੇ ਨੇ ਕਾਂਗਰਸ ਦੇ ਵਿਧਾਇਕ, ਅਕਾਲੀ ਦਲ ਦੇ ਵਿਧਾਇਕ ਜਿਹੜੇ ਨੇ ਕਾਂਗਰਸ ਖਿਲਾਫ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨ ਜਾ ਰਹੇ ਨੇ ਔਰ ਇੱਥੇ ਜਿਹੜੇ ਪਵਨ ਟੀਨੂ ਹੋਰੀ ਨੇ ਉਹ ਮੀਡੀਆ ਨਾਲ ਮੁਖਾਤਿਬ ਹੋ ਰਹੇ ਨੇ। ਇਹ ਮਸਲਿਆਂ ਦਾ ਹੱਲ ਕੱਢਣ ਵਾਸਤੇ ਇਹ ਪਵਿੱਤਰ ਹਾਊਸ ਆ, ਇਹ ਗੁੰਡਾਗਰਦੀ ਕਰਨ ਵਾਲਾ ਨਹੀਂ। ਬਾਕੀ ਆਜੋ ਅਸੀਂ ਸੀਐਮ ਸਾਹਿਬ ਨੇ ਬਹੁਤ ਭੱਦੀ ਭਾਸ਼ਾ ਵਰਤੀ ਆ। ਇੱਕ ਮੁੱਖ ਮੰਤਰੀ ਦੇ ਮੂੰਹੋਂ ਸ਼ੋਭਦਾ ਨਹੀਂ ਇਹ ਗੱਲ। ਨਵਜੋਤ ਸਿੰਘ ਸਿੱਧੂ ਵੱਲੋਂ ਵੀ ਵਰਤੀ ਗਈ, ਤੁਹਾਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਨੇ ਵੀ ਮਾੜੀ ਭਾਸ਼ਾ ਵਰਤੀ, ਹੁਣ ਨਹੀਂ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਸਾਡੇ ਬਹੁਤ ਹੀ ਸਨਮਾਨਯੋਗ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਾਰੇ ਵੀ ਵਿਧਾਨ ਸਭਾ 'ਚ ਭੱਦੀ ਸ਼ਬਦਾਵਲੀ ਵਰਤੀ ਸੀ। ਸੋ ਹੁਣ ਮੁੱਖ ਮੰਤਰੀ ਜੀ ਵੀ ਉਸੇ ਲਾਈਨ ਤੇ ਚੱਲ ਪਏ। ਤੀਨੂ ਜੀ ਕੋਰ ਸਵਾਲ ਬੀਐਸਐਫ ਤੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਪ੍ਰਸਤਾਵ ਪਾਰਿਤ ਕੀਤੇ ਗਏ ਨੇ, ਉਹ ਲੱਗਦਾ ਕਿ ਇਹ ਲਾਗੂ ਹੋਣ ਤੋਂ ਦੇਖੋ ਗੱਲ ਇਹ ਆ ਜਿਹੜਾ ਸਰਕਾਰ ਨੇ ਨਾ ਆ ਡਰਾਮਾ ਕੀਤਾ, ਇਹ ਕੋਈ ਬੀਐਸਐਫ ਜਾਂ ਖੇਤੀ ਕਾਨੂੰਨਾਂ ਵਾਸਤੇ ਇਕੱਠ ਨਹੀਂ ਕੀਤਾ ਵਿਧਾਨ ਸਭਾ ਦਾ, ਤੁਹਾਨੂੰ ਨਹੀਂ। ਇਹ ਸਿਰਫ ਉਹਨਾਂ ਨੇ ਪੋਲੀਟੀਕਲ ਮਾਈਲੇਜ ਲੈਣ ਵਾਸਤੇ, ਚੰਨੀ ਸਾਹਿਬ ਨੂੰ ਸ਼ੌਂਕ ਹੈ ਮੁੱਖ ਮੰਤਰੀ ਦੀ ਸੀਟ ਦੇ ਉੱਤੇ ਬਹਿਣ ਦਾ, ਇਹ ਉਹਦੇ ਕੀਤਾ। ਤੁਸੀਂ ਹਿਮਾਇਤ ਕੀਤੀ, ਤੁਸੀਂ ਸਮਰਥਨ ਦਿੱਤਾ ਬੀਐਸਐਫ ਔਰ ਖੇਤੀ ਕਾਨੂੰਨਾਂ ਨੂੰ ਲੈ ਕੇ। ਦੇਖੋ ਅਸੀਂ ਇਹਨਾਂ ਕਰਕੇ ਨਹੀਂ ਕੀਤਾ, ਅਸੀਂ ਪੰਜਾਬ ਦੀ ਰੀਜਨਲ ਪਾਰਟੀਆਂ, ਅਸੀਂ ਪੰਜਾਬ ਦੀ ਖੇਤਰੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਪਾਰਟੀ ਆ। ਅਸੀਂ ਤਾਂ ਸਭ ਤੋਂ ਪਹਿਲਾਂ ਆਵਾਜ਼ ਉਠਾਈ ਆ। ਅਸੀਂ ਤਾਂ ਰੀਜਨਲ ਪਾਰਟੀਆਂ ਦੀ, ਖੇਤਰੀ ਪਾਰਟੀਆਂ ਦੀ ਖੇਤਰੀ ਤਾਕਤਾਂ ਦੀ ਗੱਲ ਕਰਦੇ ਰਹੇ ਹਾਂ। ਇਹ ਤਾਂ ਕਾਰਵਾਈ ਕਰ ਰਹੇ ਸਿਰਫ। ਇਹ ਆਪ ਹੀ ਤਾਂ ਮੁੱਖ ਮੰਤਰੀ ਜੀ ਹੋਮ ਮਿਨਿਸਟਰ ਨੂੰ ਕਹਿ ਕੇ ਆਏ ਕੁਝ ਸਮਾਂ ਪਹਿਲਾਂ ਕਿ ਡਰੱਗ ਬਹੁਤ ਆ ਰਹੀ ਪਾਕਿਸਤਾਨ ਤੋਂ, ਬਾਰਡਰ ਤੋਂ ਪਾਰ ਕੰਟਰੋਲ ਕਰੋ। ਆਪ ਹੀ ਤਾਂ ਉਹਨਾਂ ਨੂੰ ਖੁੱਲੀ ਛੁੱਟ ਦੇ ਕੇ ਆ ਰਿਹਾ। ਹੁਣ ਜਦੋਂ ਮੀਡੀਆ ਨੇ ਅਕਾਲੀ ਦਲ ਨੇ ਘੇਰ ਲਿਆ ਤਾਂ ਹੁਣ ਜਾਲੀ ਜਾਂ ਮਤੇ ਪਾਸ ਕਰਦੇ ਫਿਰ। ਅਮਰਿੰਦਰ ਸਿੰਘ ਕਹਿੰਦੇ ਨੇ ਕਿ ਇਹ ਜੋ ਕੀਤਾ ਵਿਧਾਨ ਸਭਾ ਦੇ ਵਿੱਚ ਠੀਕ ਨਹੀਂ ਕੀਤਾ ਹੈਗਾ, ਮੈਂ ਇਸ ਦਾ ਸਮਰਥਨ। ਉਹ ਕਹਿੰਦੇ ਕਿ ਸਿਆਸਤ ਨਹੀਂ ਕਰਨੀ ਚਾਹੀਦੀ ਬੀਐਸਐਫ ਦੇ ਮੁੱਦੇ ਤੇ। ਦੇਖੋ ਇਹੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ, ਇਹੀ ਮਿਨਿਸਟਰ, ਇਹੀ ਐਮਐਲਏ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਸੀਗੇ, ਇਹੀ ਐਮਐਲਏ, ਇਹੀ ਮੰਤਰੀ ਉਦੋਂ ਵੀ ਸੀਗੇ ਉਹਨਾਂ ਦੇ ਨਾਲ, ਉਦੋਂ ਇਹ ਅਮੈਂਡਮੈਂਟ ਕਰਦੇ ਸੀ। ਅਕਾਲੀ ਦਲ ਇਹਨਾਂ ਨੂੰ ਕਹਿੰਦਾ ਸੀ ਅਮੈਂਡਮੈਂਟ ਦਾ ਕੋਈ ਫਾਇਦਾ ਹੀ ਨਹੀਂ, ਇੱਥੇ ਤੁਸੀਂ ਜਿੰਨੇ ਮਰਜ਼ੀ ਰੈਜ਼ੋਲੂਸ਼ਨ ਲੈ ਆਓ ਉਹਦਾ ਕੋਈ ਫਾਇਦਾ ਨਹੀਂ। ਸੋ ਅੱਜ ਇਹ ਸਿਰਫ ਵੋਟਾਂ ਲੈਣ ਵਾਸਤੇ ਇੱਕ ਦਿਖਾਵਾ, ਇੱਕ ਛਲਾਵਾ, ਇੱਕ ਡਰਾਮਾ ਕਾਂਗਰਸ ਦੀ ਸਰਕਾਰ ਕਰ ਰਹੀ ਹੈ, ਕਿਉਂਕਿ ਲੋਕ ਇਹਨਾਂ ਨੂੰ ਹੁਣ ਮੈਨੀਫੈਸਟੋ ਦੇ ਕੀਤੇ ਹੋਏ ਵਾਅਦਿਆਂ ਦਾ ਹਿਸਾਬ ਪੁੱਛਦੇ ਆ। ਇਹ ਗੱਲ ਬੀਐਸਐਫ ਵੱਲ ਨੂੰ ਘੁਮਾਉਂਦੇ ਆ, ਇਹ ਗੱਲ 3 ਖੇਤੀ ਕਾਨੂੰਨਾਂ ਵੱਲ ਨੂੰ ਘੁਮਾਉਂਦੇ ਆ। ਇਹ
ਇਹ ਹੁਣ ਲੋਕਾਂ ਨੇ ਇਹਨਾਂ ਨੂੰ ਫਾਇਦਾ। ਟੀਨੂ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਕਿ ਜਿਸ ਤਰੀਕੇ ਦੇ ਨਾਲ ਹੁਣ ਪੀਪੀਏ ਨੂੰ ਲੈ ਕੇ ਪਾਵਰ ਐਗਰੀਮੈਂਟ ਨੂੰ ਲੈ ਕੇ ਇਸ ਵੇਲੇ ਮਨਪ੍ਰੀਤ ਬਾਦਲ ਜਿਹੜਾ ਵਾ ਉਹ ਮਤਾ ਲੈ ਕੇ ਆ ਰਹੇ ਨੇ, ਸਾਨੂੰ ਤਾਂ ਬੰਦਰ ਹੀ ਨਹੀਂ ਜਾਣ ਦਿੱਤਾ। ਹਾਂ ਦੇਖੋ ਇਹ ਅੱਜ ਦਾ ਦਿਨ ਹੈ, ਇਹ ਮਰਡਰ ਆਫ ਡੈਮੋਕ੍ਰੇਸੀ ਆ, ਲੋਕਤੰਤਰ ਦਾ ਕਤਲ ਆ। ਚੁਣੇ ਹੋਏ ਲੋਕਾਂ ਨੂੰ ਇਹਨਾਂ ਨੇ ਧੱਕੇ ਨਾਲ ਬਾਹਰ ਕੱਢਿਆ, ਧੱਕੇ ਨਾਲ ਬਾਹਰ ਕੱਢਿਆ। ਅਸੀਂ ਇਹਨਾਂ ਨੂੰ ਦੱਸਦੇ ਵੀ ਬਿਜਲੀ ਦਾ ਹੱਲ ਕੀ ਹੁੰਦਾ ਸੀ ਪੰਜਾਬ 'ਚ, 12-12 ਘੰਟੇ ਤੇ ਕੱਟ ਹੁੰਦੇ ਸੀ। ਇਹ ਤਾਂ ਬਾਦਲ ਸਾਹਿਬ ਦੀ ਮਿਹਰਬਾਨੀ ਆ ਕਿ ਪੰਜਾਬ ਬਿਜਲੀ ਸਰਪਲਸ ਸੂਬਾ ਬਣਿਆ। ਸਾਡੇ ਵੇਲੇ ਰੇਟ 5 ਰੁਪਏ ਸੀ ਯੂਨਿਟ ਦਾ, ਕਾਂਗਰਸ ਨੇ 5-4 ਸਾਲ ਤੇ 10 ਮਹੀਨੇ ਲੋਕਾਂ ਦੀਆਂ ਜੇਬਾਂ 'ਚ ਲੁੱਟ ਖੋਹ ਕੀਤੀ, 10 ਰੁਪਏ ਪ੍ਰਤੀ ਯੂਨਿਟ ਲਿਆ। ਆ ਹੁਣ ਜਦੋਂ ਰਹਿ ਗਏ ਦਿਨ 40 ਤਾਂ ਹੁਣ ਕਹਿੰਦੇ ਜੀ ਅਸੀਂ ਘੱਟ ਕਰ ਦਿੰਦੇ। ਤੁਸੀਂ ਕਿਉਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਮਾਫੀ ਮੰਗਣ? ਹੰਗਾਮਾ ਚੱਲ ਰਿਹਾ ਸੀ, ਇਸੇ ਕਰਕੇ ਮਾਰਸ਼ਲ ਭੰਗ ਹੋਈ ਅੱਜ। ਦੇਖੋ ਗੱਲ ਇਹ ਆ, ਇੱਕ ਆਮ ਐਮਐਲਏ ਵੀ ਹੋਵੇ ਉਹਦੇ ਲਈ ਵੀ ਇਹ ਅਭੱਦਰ ਭਾਸ਼ਾ, ਮਾੜੀ ਭਾਸ਼ਾ ਸ਼ੋਭਦੀ ਨਹੀਂ। ਇੱਕ ਮੁੱਖ ਮੰਤਰੀ ਤਾਂ ਬਹੁਤ ਜ਼ਿੰਮੇਵਾਰ ਹੁੰਦਾ। ਸੋ ਜੋ ਭਾਸ਼ਾ ਉਹਨਾਂ ਨੇ ਬਹੁਤ ਮਾੜੀ ਉਹਨਾਂ ਨੇ ਬੋਲੀ ਅਕਾਲੀ ਦਲ ਨੂੰ ਗੱਦਾਰ ਕਹਿਤਾ, ਕਹਿੰਦੇ ਨਹੀਂ, ਕਿ ਹੋਰ ਦੁਸ਼ਮਣਾਂ ਦੇ ਨਾਲ ਵੀ ਮਿਲੇ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ। ਹੁਣ ਜੋ ਗਲਤੀ ਉਹਨਾਂ ਨੇ ਕੀਤੀ ਆ ਉਹਦੇ ਵਾਸਤੇ ਕੁਝ ਵੀ ਨਹੀਂ, ਬੜੱਪਣ ਹੈ ਇਸ ਗੱਲ 'ਚ। ਜੋ ਕਹਿੰਦੇ ਚਲੋ ਮੇਰੇ ਕੋਲੋਂ ਨਿਕਲ ਗਿਆ, ਗਲਤੀ ਨਾਲ ਸ਼ਬਦ ਨਿਕਲ ਗਿਆ, ਮਾਫੀ ਮੰਗ ਲਿਆ ਜਾਂ ਮੈਂ ਆਪਣੇ ਸ਼ਬਦ ਵਾਪਸ ਲੈਣਾ। ਹੱਲ ਕੀਤੀ ਸੀ ਮਾਫੀ? ਬਿਲਕੁਲ, ਅਸੀਂ ਸਪੀਕਰ ਸਾਹਿਬ ਨੂੰ ਬਾਕੀ ਘਰੋਂ ਕੱਢਾਂਗੇ, ਇਹੋ ਜੀ ਗੱਲਾਂ ਹੋ ਰਹੀਆਂ ਨੇ। ਤਾਂ ਅਕਾਲੀ ਦਲ ਦੇ ਵੱਲੋਂ ਮੋਰਚਾ ਸਰਕਾਰ ਦੇ ਖਿਲਾਫ ਖੋਲਿਆ ਜਾ ਰਿਹਾ। ਅਕਾਲੀ ਦਲ ਨੂੰ ਬਾਹਰ ਕੀਤਾ ਗਿਆ ਹੈ। ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਜਿਹੜੇ ਵਿਧਾਇਕ ਨੇ ਅਕਾਲੀ ਦਲ ਦੇ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਬਾਹਰ ਭੇਜ ਦਿਓ, ਬਾਹਰ ਚਲੇ ਜਾਓ। ਨਹੀਂ ਗਏ ਤਾਂ ਮਾਰਸ਼ਲਾਂ ਨੇ ਧੱਕੇ ਮਾਰ ਕੇ ਵਿਧਾਨ ਸਭਾ ਤੋਂ ਬਾਹਰ ਭੇਜ ਦਿੱਤਾ। ਪਰ ਇਸ ਸਭ ਦੇ ਵਿਚਾਲੇ ਦਿਨ ਦੀ ਵੱਡੀ ਖਬਰ ਇਸ ਸਮੇਂ ਹੈ ਕਿ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਖਪਾਲ ਖਹਿਰਾ ਸਾਬਕਾ ਵਿਧਾਇਕ, ਆਮ ਆਦਮੀ ਪਾਰਟੀ ਦਾ ਚਿਹਰਾ ਰਹੇ, ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਹੁਣ ਈਡੀ ਨੇ ਗ੍ਰਿਫਤਾਰ ਕੀਤਾ ਹੈ ਡਰੱਗਸ ਅਤੇ ਮਨੀ ਲਾਂਡਰਿੰਗ ਕੇਸ ਦੇ ਵਿੱਚ। ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵੱਡੀਆਂ ਖਬਰਾਂ ਦਿਨ ਦੀਆਂ ਦੋ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤਾਂ ਦੂਜੇ ਪਾਸੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ। ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਈਡੀ ਦੀ ਰੇਡ ਉਹਨਾਂ ਦੇ ਰਿਹਾਇਸ਼ ਦੇ ਉੱਤੇ ਪਹਿਲਾਂ ਵੀ ਹੋਈ ਸੀ। ਭੁਲੱਥ ਤੋਂ ਵਿਧਾਇਕ ਚੁਣੇ ਗਏ ਸੀ 2017 ਦੇ ਵਿੱਚ। ਤੇ ਦੂਜੇ ਪਾਸੇ ਸੁਖਪਾਲ ਖਹਿਰਾ ਪੁੱਛਗਿੱਛ ਦੇ ਲਈ ਉੱਥੇ ਬੁਲਾਇਆ ਗਿਆ ਸੀ। ਪਹੁੰਚਦੇ ਨੇ ਸੈਕਟਰ 18 ਵਾਲੇ ਈਡੀ ਦੇ ਆਫਿਸ ਦੇ ਵਿੱਚ। ਕਰੀਬ 2.5-3 ਘੰਟੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪੂਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਆਖਿਰ ਕੀ ਕੁਝ ਇਸ ਸਮੇਂ ਹੋ ਰਿਹਾ ਹੈ, ਕੀ ਕੁਝ ਚੱਲ ਰਿਹਾ ਹੈ। ਤੇ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸੁਖਪਾਲ ਖਹਿਰਾ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਵੀ ਉਸ ਦੇ ਵਿੱਚ ਜਾਣਕਾਰੀ ਦੇਣ। ਨਪਿੰਦਰ ਸਾਡੇ ਸਹਿਯੋਗੀ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ ਤੇ ਤੁਹਾਨੂੰ ਸੁਣਾਵਾਂਗੇ ਕੀ ਕੁਝ ਬਿਆਨ ਦਿੱਤਾ ਗਿਆ ਸੁਖਪਾਲ ਖਹਿਰਾ ਦੇ ਵੱਲੋਂ। ਵੱਡੀ ਖਬਰ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਖਪਾਲ ਖਹਿਰਾ ਨੂੰ ਸੈਕਟਰ 18 ਦੇ ਵਿੱਚ ਜਦੋਂ ਆਫਿਸ ਬੁਲਾਇਆ ਗਿਆ ਸੀ 2-2.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਲੈ ਕੇ ਗਈ ਹੈ ਈਡੀ ਦੀ ਟੀਮ ਸੈਕਟਰ 16 ਜਿੱਥੇ ਉੱਥੇ ਮੈਡੀਕਲ ਕਰਵਾਇਆ ਗਿਆ। ਮੈਂ ਕੋਸ਼ਿਸ਼ ਕਰਾਂਗਾ ਕਿ ਜਲਦ ਤੋਂ ਜਲਦ ਅਸੀਂ ਗੱਲਬਾਤ ਕਰ ਸਕੀਏ ਆਪਣੇ ਸਹਿਯੋਗੀ ਨਪਿੰਦਰ ਬਰਾੜ ਦੇ ਨਾਲ। ਕੁਝ ਹੀ ਪਲਾਂ ਦੇ ਵਿੱਚ ਜੁੜਨਗੇ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਪਹੁੰਚ ਰਹੀ ਹੈ ਕਿ ਨਪਿੰਦਰ ਨੇ ਸੁਖਪਾਲ ਖਹਿਰਾ ਦੇ ਨਾਲ ਗੱਲਬਾਤ ਕੀਤੀ ਹੈ। ਨਿਊਜ਼ 18 ਦੇ ਉੱਤੇ, ਨਿਊਜ਼ 18 ਪੰਜਾਬ ਤੇ ਐਕਸਕਲੂਸਿਵ ਕੁਝ ਹੀ ਪਲਾਂ ਦੇ ਵਿੱਚ ਸੁਖਪਾਲ ਖਹਿਰਾ ਤੁਹਾਨੂੰ ਸੁਣਾਵਾਂਗੇ। ਗ੍ਰਿਫਤਾਰੀ ਤੋਂ ਬਾਅਦ ਸਭ ਤੋਂ ਪਹਿਲਾਂ ਔਰ ਸਿਰਫ ਨਿਊਜ਼ 18 ਪੰਜਾਬ ਦੇ ਉੱਤੇ ਸੁਖਪਾਲ ਖਹਿਰਾ ਤੁਹਾਨੂੰ ਸੁਣਾਵਾਂਗੇ। ਤਫਸੀਲ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਿਰ ਸੁਖਪਾਲ ਖਹਿਰਾ ਦਾ ਕੀ ਕਹਿਣਾ ਹੈ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ। ਨਿਊਜ਼ 18 ਦੇ ਨਾਲ ਬਣੇ ਰਹੋ। ਵੱਡੀ ਖਬਰ ਹੈ ਇਸ ਸਮੇਂ ਦੀ, ਦੋ ਵੱਡੀਆਂ ਖਬਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪੀਪੀਏ ਦੇ ਮੁੱਦੇ ਦੇ ਉੱਤੇ ਵਾਈਟ ਪੇਪਰ ਪੇਸ਼ ਕੀਤਾ ਗਿਆ। ਦੂਜੇ ਪਾਸੇ ਸੁਖਪਾਲ ਖਹਿਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ, ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਨਿਊਜ਼ 18 ਪੰਜਾਬ ਦੇ ਨਾਲ ਸੁਖਪਾਲ ਖਹਿਰਾ ਨੇ ਗੱਲਬਾਤ ਕੀਤੀ ਹੈ। ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਸੁਣਾਵਾਂਗੇ। ਤਾਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਨੇ ਸੁਖਪਾਲ ਖਹਿਰਾ ਦੇ ਨਾਲ ਗੱਲਬਾਤ ਕੀਤੀ ਹੈ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਸੁਖਪਾਲ ਖਹਿਰਾ ਆਪਣੀ ਗ੍ਰਿਫਤਾਰੀ ਤੋਂ ਬਾਅਦ। ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਆਪਣੇ ਨਾਲ ਲੈ ਕੇ ਜਾ ਰਹੀ ਹੈ। ਈਡੀ ਦੀ ਗੱਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ। ਸੁਖਪਾਲ ਖਹਿਰਾ ਨੂੰ ਈਡੀ ਨੇ ਆਪਣੀ ਗੱਡੀ ਦੇ ਵਿੱਚ ਬਿਠਾਇਆ ਔਰ ਇੱਥੋਂ ਸੈਕਟਰ 16 ਦੇ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲਿਜਾਇਆ ਜਾਵੇਗਾ। ਤੁਸੀਂ ਦੇਖ ਰਹੇ ਹੋ ਇਸ ਸਿਲਵਰ ਕਲਰ ਦੀ ਗੱਡੀ ਦੇ ਵਿੱਚ ਸੁਖਪਾਲ ਖਹਿਰਾ ਨੂੰ। ਹਾਲਾਂਕਿ
ਮੂੰਹ ਵੀ ਕੋਈ ਨਾ ਉਹਨਾਂ ਢੱਕਣ ਦੀ ਵੀ ਕਹਿ ਸਕਦੇ ਕੋਸ਼ਿਸ਼ ਨਹੀਂ ਕੀਤੀ। ਸੁਖਪਾਲ ਖਹਿਰਾ ਨੇ ਮੂੰਹ ਤੇ ਸਮਾਈਲ ਉਹਨਾਂ ਦੇ ਨਜ਼ਰ ਆਈ, ਹੱਥ ਹਿਲਾਇਆ ਉਹਨਾਂ ਨੇ, ਸੁਖਪਾਲ ਖਹਿਰਾ ਨੇ ਹੱਥ ਹਿਲਾਇਆ। ਸਾਬਕਾ ਵਿਧਾਇਕ ਕਹਿ ਸਕਦੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਹੋਈ ਆ ਪੰਜਾਬ ਵਿਧਾਨ ਸਭਾ ਤੋਂ। ਤਾਂ ਹੁਣ ਅੱਜ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਕਰ ਲਈ ਹੈ ਈਡੀ ਨੇ ਔਰ ਇੱਥੋਂ ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਲੈ ਕੇ ਜਾਇਆ ਜਾਣਾ, ਸੈਕਟਰ 16 ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਣਾ ਉਹਨਾਂ ਨੂੰ ਔਰ ਉੱਥੇ ਮੈਡੀਕਲ ਕਰਵਾਇਆ ਜਾਏਗਾ ਕਿਉਂਕਿ ਕੋਰਟ ਦੇ ਵਿੱਚ ਵੀ ਅਗਰ ਪੇਸ਼ ਕਰਨਾ ਤਾਂ ਉਸ ਲਈ ਮੈਡੀਕਲ ਪਹਿਲਾਂ ਕਰਵਾਇਆ ਜਾਂਦਾ ਤਾਂ ਮੈਡੀਕਲ ਕਰਵਾਉਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੁਖਪਾਲ ਸਿੰਘ ਖਹਿਰਾ ਨੂੰ। ਤਾਂ ਈਡੀ ਦੇ ਵੱਲੋਂ ਗ੍ਰਿਫਤਾਰੀ ਸੁਖਪਾਲ ਖਹਿਰਾ ਦੀ ਇੱਕ ਵੱਡੇ ਬੁਲਾਰੇ ਦੇ ਵਜੋਂ ਸੁਖਪਾਲ ਖਹਿਰਾ ਉੱਪਰ ਕੇ ਸਾਹਮਣੇ ਆਏ ਸੀ। ਪਹਿਲਾਂ ਕਾਂਗਰਸ ਦੇ ਬੁਲਾਰੇ ਰਹੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ। ਬਾਅਦ ਦੇ ਵਿੱਚ ਹੱਥ ਲਾਉਂਦੇ, ਤੁਸੀਂ ਦੇਖੋ ਹੱਥ ਲਾਉਂਦੇ ਹੋਏ ਸੁਖਪਾਲ ਖਹਿਰਾ ਨਜ਼ਰ ਆ ਰਹੇ ਨੇ ਗੱਡੀ ਦੇ ਵਿੱਚੋਂ। ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ, ਭਲਾਤੋਂ ਵਿਧਾਇਕ ਬਣੇ ਪਰ ਵਿਰੋਧੀ ਧਿਰ ਦੇ ਨੇਤਾ ਵੀ ਬਣੇ ਔਰ ਬੁਲੰਦ ਆਵਾਜ਼ ਵਿਧਾਨ ਸਭਾ ਦੇ ਵਿੱਚ ਨਜ਼ਰ ਆਉਂਦੀ ਰਹੀ ਉਹਨਾਂ ਦੀ। ਪਰ ਹਾਲਾਤ ਐਸੇ ਬਣੇ ਕਿ ਉਹਨਾਂ ਨੂੰ ਵਿਰੋਧੀ ਧਿਰ ਦੀ ਕੁਰਸੀ ਗਵਾਉਣੀ ਪਈ, ਉਹਨਾਂ ਦੀ ਕੁਰਸੀ ਚਲੀ ਗਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਵਖਰੇਵੇਂ ਹੋਏ, ਆਮ ਆਦਮੀ ਪਾਰਟੀ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਮਿਲੇ, ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਔਰ ਅੱਜ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਈਡੀ ਦੇ ਵੱਲੋਂ ਲੈ ਕੇ ਜਾਣ ਲੱਗੇ ਆ। ਤੁਸੀਂ ਦੇਖੋ ਤਸਵੀਰਾਂ, ਕੋਸ਼ਿਸ਼ ਵੀ ਕਰਾਂਗੇ ਸੁਖਪਾਲ ਖਹਿਰਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਇੱਥੋਂ ਹੁਣ ਲੈ ਕੇ ਜਾਇਆ ਜਾ ਰਿਹਾ ਸੁਖਪਾਲ ਖਹਿਰਾ ਨੂੰ। ਇਹ ਚੰਡੀਗੜ੍ਹ ਦੇ ਸੈਕਟਰ 18 ਦੇ ਵਿੱਚ ਈਡੀ ਦਾ ਦਫ਼ਤਰ ਹੈ, ਇੱਥੇ ਹੀ ਪੁੱਛਗਿੱਛ ਦੇ ਲਈ ਸੁਖਪਾਲ ਖਹਿਰਾ ਨੂੰ ਬੁਲਾਇਆ ਗਿਆ ਸੀ। ਸੁਖਪਾਲ ਖਹਿਰਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੁਖਪਾਲ ਖਹਿਰਾ ਨੂੰ ਖਹਿਰਾ ਸਾਹਿਬ ਬਿਲਕੁਲ ਬੇਗੁਨਾਹ ਪੋਲੀਟੀਕਲ ਵੈਂਡੇਟਾ बीजेपी ਵੱਲੋਂ ਹੋਰ ਕੁਝ ਨਹੀਂਗਾ ਔਰ ਮੈਂ ਨਿਰਦੋਸ਼ ਸਾਬਤ ਹੋਊਂਗਾ। ਉਹੀ ਜਿਹੜਾ ਕਿਸਾਨਾਂ ਦੀ ਮਦਦ ਕੀਤੀ, ਯੁਵਾਪਾ ਦੀ ਕੀਤੀ, ਵਿਰੋਧ ਸਾਰੇ ਇਸ਼ੂਜ਼ ਨੂੰ ਲੈ ਕੇ ਕੀਤਾ ਇਹਨਾਂ ਨੇ, ਹੋਰ ਇਹਨਾਂ ਦੇ ਕੋਲ ਕੀ ਆ। ਖਹਿਰਾ ਸਾਹਿਬ ਕਿਹੜੇ ਕੇਸ ਦੱਸਿਆ? ਐਨਡੀਪੀਐਸ ਦਾ ਫਾਜ਼ਿਲਕਾ ਦੇ ਨਾਲ ਜੋੜ ਰਿਹਾ ਜਿਹਦੇ ਵਿੱਚ ਮੇਰਾ ਐਫਆਈਆਰ ਨਾ ਹੀ ਹੈ ਨਹੀਂਗਾ। ਤਾਂ ਸੁਖਪਾਲ ਸਿੰਘ ਖਹਿਰਾ, ਤੁਸੀਂ ਦੇਖਿਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਫਾਜ਼ਿਲਕਾ ਵਾਲੇ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਕਹਿੰਦੇ ਨੇ ਕਿ ਮੇਰਾ ਨਾਂ ਵੀ ਨਹੀਂ ਹੈ। ਫਾਜ਼ਿਲਕਾ ਵਾਲੇ ਡਰੱਗ ਕੇਸ ਦੇ ਵਿੱਚ ਵੱਡੀ ਖਬਰ ਇਸ ਵੇਲੇ ਦੀ ਸੁਖਪਾਲ ਖਹਿਰਾ ਨੂੰ ਲੈ ਕੇ ਗਈ ਹੈ ਈਡੀ। ਔਰ ਦੇਖੋ ਫਿਰ ਤੋਂ ਕੋਸ਼ਿਸ਼ ਕਰਦੇ ਤਸਵੀਰਾਂ ਦਿਖਾਉਂਦੀ ਇੱਥੋਂ ਸੈਕਟਰ 16 ਦੇ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਔਰ ਉੱਥੇ ਮੈਡੀਕਲ ਕਰਵਾਇਆ ਜਾਣਾ ਤੇ ਇਸ ਗੱਡੀ ਦੇ ਵਿੱਚ ਪ੍ਰਾਈਵੇਟ ਨੰਬਰ ਟੈਕਸੀ ਦੇ ਵਿੱਚ ਈਡੀ ਦੇ ਵੱਲੋਂ ਲਿਜਾਇਆ ਗਿਆ ਸੁਖਪਾਲ ਖਹਿਰਾ ਨੂੰ। ਤਾਂ ਵੱਡੀ ਖਬਰ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋ ਗਈ ਹੈ ਜੀ। ਤਾਂ ਇਸ ਸਮੇਂ ਐਕਸਕਲੂਸਿਵ ਤੁਹਾਨੂੰ ਸੁਣਵਾਇਆ ਕੀ ਕੁਝ ਕਿਹਾ ਸੀ। ਦੁਬਾਰਾ ਕੋਸ਼ਿਸ਼ ਕਰਾਂਗੇ ਦੁਬਾਰਾ ਇਹ ਪੂਰਾ ਬਿਆਨ ਸੁਣਵਾ ਸਕੀਏ। ਸੁਖਪਾਲ ਖਹਿਰਾ ਦਾ ਪੂਰਾ ਬਿਆਨ ਦੁਬਾਰਾ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਏਗਾ। ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ, ਅਸੀਂ ਕੋਸ਼ਿਸ਼ ਕੀਤੀ ਕਿ ਸੁਖਪਾਲ ਖਹਿਰਾ ਤੋਂ ਉਹਨਾਂ ਦਾ ਪੱਖ ਜਾਣ ਸਕੀਏ। ਸੁਖਪਾਲ ਖਹਿਰਾ ਕਹਿ ਰਹੇ ਨੇ ਕਿ ਫਿਰੋਜ਼ਪੁਰ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਹੈ, ਉਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਦੇ ਵੱਲੋਂ ਇਹ ਗ੍ਰਿਫਤਾਰੀ ਹੋਈ ਹੈ। ਈਡੀ ਨੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੱਡੀ ਖਬਰ ਇਸ ਸਮੇਂ ਤੁਹਾਨੂੰ ਦੱਸ ਰਿਹਾ, ਈਡੀ ਨੇ ਸੁਖਪਾਲ ਖਹਿਰਾ ਨੂੰ, ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਇਹ ਪੂਰਾ ਡਿਪਾਰਟਮੈਂਟ ਹੈ, ਏਜੰਸੀ ਹੈ, ਜਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੁਖਪਾਲ ਖਹਿਰਾ ਨੂੰ। ਤੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਪਿੱਛੇ ਡਰੱਗਸ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ, ਉਸ ਦੇ ਵਿੱਚ ਉਹਨਾਂ ਦਾ ਨਾਮ ਸੀ। ਉਹ ਲਗਾਤਾਰ ਅਦਾਲਤਾਂ ਦੇ ਵਿੱਚ ਕੇਸ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਹੁੰਦਾ ਹੋਇਆ ਸੁਖਪਾਲ ਖਹਿਰਾ ਉਸ ਪੂਰੇ ਕੇਸ ਦੇ ਵਿੱਚ ਹਾਈ ਕੋਰਟ ਤੱਕ ਪਹੁੰਚ ਗਏ ਸੀ। ਇਸ ਵਿਚਾਲੇ ਈਡੀ ਦੇ ਵੱਲੋਂ ਕਾਰਵਾਈ ਜਾਰੀ ਰਹੀ। ਕੁਝ ਸਮਾਂ ਪਹਿਲਾਂ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ। ਤਾਂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਜਿਹੜੀਆਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਦੇ ਵੱਲੋਂ ਐਕਸਕਲੂਸਿਵ ਗੱਲਬਾਤ ਕੀਤੀ ਗਈ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪੱਖ ਜਾਣਿਆ ਜਾਵੇ, ਤੁਹਾਡੇ ਤੱਕ ਪਹੁੰਚਾਇਆ ਜਾਵੇ, ਜੋ ਖਬਰ ਹੈ ਪੂਰੀ ਦਰਸ਼ਕਾਂ ਤੱਕ ਪਹੁੰਚੇ। ਸੁਖਪਾਲ ਖਹਿਰਾ ਕੀ ਕਹਿ ਰਹੇ ਨੇ ਗ੍ਰਿਫਤਾਰੀ ਤੋਂ ਬਾਅਦ, ਈਡੀ ਦੀ ਟੀਮ ਦੇ ਨਾਲ ਸੁਖਪਾਲ ਖਹਿਰਾ ਕੀ ਕਹਿ ਰਹੇ ਨੇ। ਤਾਂ ਸੈਕਟਰ 18 ਦੇ ਵਿੱਚ ਜਿਹੜਾ ਦਫ਼ਤਰ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦਾ, ਉੱਥੇ ਗ੍ਰਿਫਤਾਰੀ ਹੋਈ ਹੈ। ਉੱਥੇ ਪੁੱਛਗਿੱਛ ਦੇ ਲਈ ਸੁਖਪਾਲ ਖਹਿਰਾ ਪਹੁੰਚੇ ਸੀ, ਉੱਥੇ ਹੀ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਦੇ ਪ੍ਰਧਾਨ ਨੇ ਸਵਾਲ ਉਠਾ ਰਹੇ ਆ। ਔਰ ਤੀਜੀ ਗੱਲ ਕਿ ਬੀਐਸਐਫ ਦੇ ਮੁੱਦੇ ਤੇ ਗੱਲ ਕੌਣ ਕਰ ਰਿਹਾ? ਸੁਖੀ ਰੰਧਾਵਾ ਜੀ, ਹੋਮ ਮਿਨਿਸਟਰ ਸਾਹਿਬ, ਜਿਨ੍ਹਾਂ ਨੇ ਆਪ ਸਾਲ ਡੇਢ ਸਾਲ ਪਹਿਲਾਂ ਬੀਐਸਐਫ ਨੂੰ ਜੇਲ੍ਹਾਂ ਦਾ ਚਾਰਜ ਦੇ ਦਿੱਤਾ। ਇਹ ਤਾਂ ਸ਼ੁਕਰ ਹੈ ਮੁੱਖ ਮੰਤਰੀ ਨਹੀਂ ਬਣੇ, ਇਹਨਾਂ ਨੇ ਤਾਂ ਸਾਰਾ ਬੀਐਸਐਫ ਨੂੰ ਚਾਰਜ ਪੰਜਾਬ ਦਾ ਦੇ ਦੇਣਾ ਸੀ। ਇਸ ਲਈ ਮਨਸ਼ਾ ਜੇ ਸਾਫ਼ ਹੈ, ਮੈਂ ਇੱਕ ਬੇਨਤੀ ਕੀਤੀ, ਗੈਟ ਐਨ ਐਗਜ਼ੈਕਟਿਵ ਆਰਡਰ, ਕੈਬਨਿਟ 'ਚ ਫੈਸਲਾ ਕਰੋ ਕਿ 15 ਕਿਲੋਮੀਟਰ ਤੋਂ ਬਾਅਦ ਅਸੀਂ
ਬਾਰਡਰ ਸਿਕਿਉਰਿਟੀ ਫੋਰਸ ਦਾ ਸਤਿਕਾਰ ਕਰਦੇ ਹਾਂ, ਮਗਰ ਉਹਦਾ ਕੰਮ ਹੈ ਬਾਰਡਰ ਨੂੰ ਪ੍ਰੋਟੈਕਟ ਕਰਨਾ। ਅਸੀਂ ਬਾਰਡਰ 15 ਕਿਲੋਮੀਟਰ ਤੱਕ ਉਹਨਾਂ ਦਾ ਸਾਥ ਦੇਵਾਂਗੇ। ਉਸ ਤੋਂ ਬਾਅਦ ਪੰਜਾਬ ਪੁਲਿਸ ਆਪ ਦਾ ਕੰਮ ਕਰੂਗੀ। ਪੰਜਾਬ ਦੇ ਅਧਿਕਾਰਾਂ ਨਾਲ ਖੇਲਖਾੜ ਨਹੀਂ ਹੋਣ ਦੇਊਗਾ, ਛੇੜਛਾੜ ਨਹੀਂ ਹੋਣ ਦਿੱਤੀ ਜਾਊਗੀ। ਮਗਰ ਉਹਦੇ ਤੇ ਜਵਾਬ ਕੀ ਆਇਆ ਮੁੱਖ ਮੰਤਰੀ ਸਾਹਿਬ ਦਾ? ਕਹਿੰਦੇ ਜੀ ਤੁਸੀਂ ਅਸੀਂ ਐਜ਼ ਐਮਐਲਏ ਸਾਨੂੰ ਕਹਿਤਾ ਜੀ ਤੁਸੀਂ ਲਿਖ ਕੇ ਦੇ ਦਿਓ ਤੇ ਕੈਬਨਿਟ ਪਾਸ ਕਰ ਦੂ। ਇਟ ਸ਼ੋਜ਼ ਦਰ ਸੀਰੀਅਸਨੈਸ ਔਨ ਦਾ ਮੁੱਦਾ। ਵੈਸੇ ਕਹਿੰਦੇ ਅਸੀਂ ਸਮਰੱਥ ਹਾਂ, ਬਾਕੀ ਬਿੱਲਾਂ ਨਹੀਂ ਇਹ ਸਮਰੱਥ ਨੇ। ਮਗਰ ਜੇ ਬੀਐਸਐਫ ਦੇ ਮੁੱਦੇ ਤੇ, ਪੰਜਾਬ ਦੀ ਆਟੋਨਮੀ ਦੇ ਮੁੱਦੇ ਤੇ, ਪੰਜਾਬ ਦੇ ਅਧਿਕਾਰਾਂ ਦੇ ਮੁੱਦੇ ਤੇ ਇਹਨਾਂ ਨੂੰ ਕਿਉਂਕਿ ਕਰਨਾ ਹੀ ਨਹੀਂ ਚਾਹੁੰਦੇ। ਦੇयर इज अ ਫਿਕਸਡ ਮੈਚ ਜਿਹੜਾ ਖੇਡਿਆ ਜਾ ਰਿਹਾ ਔਰ ਫਿਕਸਡ ਮੈਚ ਦਿੱਲੀ ਨਾਲ ਰਲ ਕੇ ਖੇਡਿਆ ਜਾ ਰਿਹਾ ਕਿ ਤੁਸੀਂ ਜਿਹੜੇ ਮਰਜ਼ੀ ਅਧਿਕਾਰ ਪੰਜਾਬ ਦੇ ਖੋਲੋ, ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਚੰਨੀ ਸਾਹਿਬ ਨੂੰ ਨਾ ਹਟਾਓ। ਔਰ ਇਹ ਗੱਲ ਜਾਖੜ ਸਾਹਿਬ ਕਹਿ ਰਹੇ ਹੀ ਸੋ ਕੰਪਰੋਮਾਈਜ਼ ਮੁੱਖ ਮੰਤਰੀ। ਕੰਪਰੋਮਾਈਜ਼ ਮੁੱਖ ਮੰਤਰੀ ਮਤਲਬ ਆਪੋਜੀਸ਼ਨ ਤਾਂ ਕਹਿ ਨਹੀਂ ਰਹੀ, ਹਲੇ ਤਾਂ ਇਹਨਾਂ ਦੇ ਆਪ ਦੇ ਬੰਦੇ ਕਹੀ ਜਾ ਰਹੇ ਆ। ਸਿੱਧੂ ਸਾਹਿਬ ਕਹਿ ਰਹੇ ਲੋਲੀਪੌਪ ਵੰਡ ਰਹੇ। ਇਸੇ ਤਰ੍ਹਾਂ ਮੇਰਾ ਕਹਿਣ ਦਾ ਭਾਵ ਹੈ ਕਿ ਬੀਐਸਐਫ ਦੇ ਮੁੱਦੇ ਤੇ ਐਗਜ਼ੈਕਟਿਵ ਆਰਡਰ ਕਿੱਥੇ, ਬੀਐਸਐਫ ਦੇ ਮੁੱਦੇ ਤੇ ਮਤਾ ਕਿੱਥੇ? ਤੁਸੀਂ ਮਤੇ ਦੀ ਗੱਲ ਕਰਦੇ ਆ। ਮਤਾ ਇਹਨਾਂ ਨੇ ਮੈਂ ਤੁਹਾਨੂੰ ਲਿਸਟ ਹੀ ਦੇ ਦਿੰਦਾ ਜੀ। ਇੱਕ ਜਦੋਂ ਦੀ ਇਹ ਸਰਕਾਰ ਬਣੀ ਹੈ 16 ਮਤੇ ਆਏ ਆ ਜੀ। ਆ ਰਿਹਾ ਅੱਜ ਆ 16 ਮਤੇ ਨੇ। ਆਮ ਗੋਇੰਗ ਟੂ ਰਿਲੀਜ਼ ਅ ਲਿਸਟ ਟੂ ਦਾ ਪ੍ਰੈਸ। 16 ਮਤੇ 'ਚ 3 ਮਤੇ ਤਾਂ ਐਗਰੀਕਲਚਰ ਤੇ ਆ ਗਏ। 28 ਅਗਸਤ ਸਭ ਤੋਂ ਪਹਿਲਾਂ ਆਇਆ ਜੀ 28 ਅਗਸਤ 2020। ਉਸ ਤੋਂ ਬਾਅਦ ਆਇਆ ਜੀ 20 ਅਕਤੂਬਰ 2020। ਉਸ ਤੋਂ ਬਾਅਦ ਆਇਆ ਜੀ 5 ਮਾਰਚ 2021। ਆ ਤੁਹਾਡੇ 16 ਮਤੇ ਨੇ, ਉਹ ਚੋਂ 4 ਮਤੇ ਤਾਂ ਐਗਰੀਕਲਚਰ ਆ ਬਿੱਲਾਂ ਦੇ ਖਿਲਾਫ ਨੇ, ਕਾਲੇ ਕਾਨੂੰਨਾਂ ਦੇ। ਕੀ ਉਹਦਾ ਰਿਜ਼ਲਟ? ਅੱਜ ਵੀ ਇੱਕ ਨਵਾਂ ਮਤਾ ਆ ਗਿਆ ਜਿਸ ਆਈ ਵਾਸ਼ ਲੋਕਾਂ ਨੂੰ ਕੱਲਾ ਇਹ ਅੱਜ ਦਾ ਸੈਸ਼ਨ ਇੱਕ ਜੁਮਲੇ ਦਾ ਬਾਜਦਾ ਸੀ। ਔਰ ਬੜੇ ਹੈਰਾਨਗੀ ਹੁੰਦੀ ਹੈ ਫਾਰਮਿੰਗ ਦੇ ਉੱਤੇ। ਚਲੋ ਇਹਨਾਂ ਨੇ ਗੱਲ ਸ਼ੁਰੂ ਕਰਤੀ। ਮੁੱਦਾ ਕੀ ਆ ਫਾਰਮਿੰਗ ਦਾ? ਅਸੀਂ ਦੇਖੋ ਆ ਸ਼੍ਰੋਮਣੀ ਅਕਾਲੀ ਦਲ ਮੈਂਬਰਸ ਅਸੀਂ ਸਾਰਿਆਂ ਨੇ ਕਿਹਾ ਕਿ ਦੋ ਗੱਲਾਂ 'ਚ ਇਹਨੂੰ ਡਿਵਾਈਡ ਕਰੋ। ਇੱਕ ਮੁੱਦਾ ਹੈ ਜੋ ਤੁਹਾਡੇ ਵਾਅਦੇ ਸੀ ਪੰਜਾਬ ਦੇ ਕਿਸਾਨਾਂ ਨਾਲ, ਕਰਜ਼ਾ ਮਾਫੀ, ਖੁਦਕੁਸ਼ੀ ਪਰਿਵਾਰਾਂ ਨੂੰ ਨੌਕਰੀ, 10 ਲੱਖ ਦਾ ਮੁਆਵਜ਼ਾ ਦੇਣ ਦੀ ਗੱਲ। ਜਿਹੜੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਆ, ਜੇ ਤੁਸੀਂ ਲਖੀਮਪੁਰ 50 ਲੱਖ ਦੇ ਰਹੇ ਹੋ ਤਾਂ 700 ਪੰਜਾਬ ਦੇ ਵੀ ਕਿਸਾਨ ਸ਼ਹੀਦ ਹੋਏ ਆ, ਉਹਨਾਂ ਨੂੰ ਦਿਓ 50 ਲੱਖ। ਮੁੱਦਾ 50 ਲੱਖ। ਮੁੱਦਾ ਇਹ ਸੀ ਕਿ ਤੁਸੀਂ ਇਹਨਾਂ ਦਾ ਕਰਜ਼ਾ ਮਾਫ ਕਰੋ। ਔਰ ਹੈਰਾਨਗੀ ਦੀ ਗੱਲ ਹੈ ਅਖਬਾਰ ਦੀਆਂ ਖਬਰਾਂ ਹੀ ਨੇ ਕਿ ਜਿਹੜਾ ਕਰਜ਼ਾ ਉਹ ਇੰਸਟੀਟਿਊਸ਼ਨਲ, ਮੈਂ ਆੜਤੀਏ ਦਾ ਜਾਂ ਥੋੜਾ ਹੋਰ ਲਿਆ ਉਹਦੀ ਗੱਲ ਨਹੀਂ ਕਰਦਾ, ਕੋਆਪਰੇਟਿਵ ਦੀ। ਬੈਂਕਾਂ ਨੇ ਆਪਦੀ ਇੱਕ ਰਿਕਾਰਡ ਕੱਢਿਆ ਕਿ ਇਹ 74,000 ਤੋਂ ਵੱਧ ਕੇ 77,000 ਕਰੋੜ ਹੋ ਗਿਆ। ਹਲੇ ਆੜਤੀਆਂ ਦਾ ਵੱਧ ਹੈ, ਜੇ ਟੋਟਲ ਲਾਓ ਤਾਂ 1 ਲੱਖ ਕਰੋੜ ਟੱਪ ਗਿਆ। ਮਗਰ ਉੱਤੇ ਕੋਈ ਜ਼ਿਕਰ ਨਹੀਂ। ਡੀਏਪੀ ਦੀ ਖਾਲਾ ਬਾਜ਼ਾਰੀ, ਨਕਲੀ ਡੀਏਪੀ ਵਿਕਣੀ, ਗੜੇ ਮਾਰ, ਸੁੰਡੀ ਮਾਰ ਦੇ ਮੁਆਵਜ਼ੇ ਦੀ ਪੂਰੀ ਭਰਪਾਈ ਨਾ ਹੋਣੀ, ਉੱਤੇ ਕੋਈ ਡਿਸਕਸ਼ਨ ਨਹੀਂ। ਮੈਂ ਕਿਹਾ ਇਹਨੂੰ ਦੋ ਪਾਰਟ 'ਚ ਡਿਵਾਈਡ ਕਰੋ। ਇੱਕ ਪੰਜਾਬ ਸਰਕਾਰ ਦੇ ਵਾਅਦੇ ਜੋ ਤੁਸੀਂ ਪੂਰੇ ਕਰਨੇ ਕਾਂਗਰਸ ਨੇ, ਔਰ ਦੂਜਾ ਰੈਜ਼ੋਲੂਸ਼ਨ ਦਾ ਕੋਈ ਮਤਲਬ ਨਹੀਂ। ਪਹਿਲਾ ਰੈਜ਼ੋਲੂਸ਼ਨ 3 ਗਏ ਹੋਏ ਆ, ਕੋਈ ਰਿਜ਼ਲਟ ਨਹੀਂ ਨਿਕਲ ਰਿਹਾ। ਔਰ ਮੈਂ ਅੱਜ ਇੱਕ ਆਪ ਦੀ ਵਿਧਾਨ ਸਭਾ ਦੀ ਸਪੀਚ ਵੀ ਤੁਹਾਨੂੰ ਦੇਣਾ ਚਾਹੁੰਦਾ ਜਿਹੜੀ 2020 ਨੂੰ ਬੋਲੀ ਸੀ। ਅੱਜ ਤਾਂ ਇਹ ਸਤਿਕਾਰਯੋਗ ਜਿਹੜੇ ਇਹਨਾਂ ਦੇ ਹੈਗੇ ਮੈਂ ਰਿਲੀਜ਼ ਹੀ ਕਰ ਦਿੰਦਾ ਜੀ ਤੁਹਾਨੂੰ। ਮੈਂ ਪੜ੍ਹ ਹੀ ਦਿੰਦਾ 2-4 ਲਾਈਨਾਂ ਇਹਦੇ ਚੋਂ। ਆਹ ਸਾਰੀ ਸਪੀਚ ਹੈ ਜੀ। ਮੈਂ ਸਾਰੀ ਸਪੀਚ ਦੀ ਕਾਪੀ ਆ, ਮੋਟੀ ਜੀ ਕਾਪੀ ਆ ਜੀ। ਇਹਦੇ ਚੋਂ ਮੈਂ ਇਕੱਲੇ 2-4 ਲਫ਼ਜ਼ ਪੜ੍ਹ ਦਿੰਦਾ। ਆ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ, ਇਹਨਾਂ ਨੇ ਕਿਹਾ ਮੈਂ ਮੁੱਖ ਮੰਤਰੀ ਜੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਰਾਤ ਜਿੰਨੀ ਹਨੇਰੀ ਹੁੰਦੀ ਹੈ ਸਿਤਾਰਾ ਓਨਾ ਹੀ ਚਮਕਦਾ ਹੈ ਅਤੇ ਅੱਜ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਮੁੱਖ ਮੰਤਰੀ ਜੀ ਦਾ ਨਿਰਣੈ ਇਸ ਕਾਲੇ ਕਾਨੂੰਨ ਦੀ ਕਾਲੀ ਰਾਤ ਵਿੱਚ ਸਿਤਾਰੇ ਵਾਂਗ ਚਮਕ ਰਿਹਾ ਹੈ। ਔਰ ਟ੍ਰੇਜਰੀ ਬੈਂਚ ਨੇ ਬੜੀ ਕਲੈਪਿੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸਿਤਾਰੇ ਵਾਂਗ ਹਨੇਰੀ ਰਾਤ 'ਚ ਚਮਕ ਰਿਹਾ ਹੈ। ਔਰ ਜੋ ਸੱਚ ਪੁੱਛੋ ਤਾਂ
ਅੱਜ ਸਾਰੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਜੀ ਦਾ ਨਿਰਣੈ ਸੈਂਟਰ ਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ ਤੇ ਚਪੇੜ ਬਣ ਕੇ ਗੂੰਜਿਆ ਹੈ ਠਾ ਕਰਕੇ। ਇਹ ਉਹਨਾਂ ਦੇ ਲਫ਼ਜ਼ ਹਨ। ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਲਈ ਜੋ ਲਫ਼ਜ਼ ਵਰਤੇ ਆ ਕਿ ਬੁਜ਼ਦਿਲ ਹੈ, ਢੋਂਗੀ ਹੈ, ਅੱਜ ਫੇਰ ਬਣਾਤਾ ਬੱਬਰ ਸ਼ੇਰ। ਮੈਨੂੰ ਲੱਗਦਾ ਚੰਨੀ ਸਾਹਿਬ ਨਾਲ ਫੇਰ ਖੜਕ ਪਈ ਹੈ। ਮੈਂ ਤਾਂ ਕਹਿ ਰਿਹਾ ਜੀ ਭਰਾ ਤੇਰੀ ਕੁਰਸੀ ਖਤਰੇ ਤੇ ਹੈ। ਦੇਖੋ ਹਰ 5ਵੇਂ ਦਿਨ ਬਿਆਨ ਬਦਲ ਜਾਂਦਾ। ਚਲੋ ਔਰ ਮੈਂ ਕੀ ਕਿਹਾ ਮੇਰੀ ਸਪੀਚ ਹੈ, ਮੈਂ ਇਹ ਗੱਲ ਉਸ ਦਿਨ ਕੀਤੀ ਸੀ ਕੀ ਫਾਇਦਾ ਇਹਨਾਂ ਰੈਜ਼ੋਲੂਸ਼ਨਾਂ ਦਾ। ਆਰਬੀ ਲਿਪ ਸਰਵਿਸ ਕਰਨੀ ਹੈ ਪੰਜਾਬ ਦੀ ਵਿਧਾਨ ਸਭਾ ਨੇ। ਕੀ ਅੱਜ ਇਸ ਆਗਸਟ ਹਾਊਸ ਨੇ ਕੱਲੀ ਹਰ ਮੁੱਦੇ ਤੇ ਲਿਪ ਸਰਵਿਸ, ਜੁਮਲਾਬਾਜ਼ੀ, ਡਰਾਮੇਬਾਜ਼ੀ, ਧੋਖੇਬਾਜ਼ੀ ਨੇ ਕਾਂਗਰਸ ਨੇ ਇਸ ਨੂੰ ਰਿਡਿਊਸ ਕਰਕੇ ਰੱਖਤਾ। ਮੈਂ ਉਦੋਂ ਕਿਹਾ ਸੀ ਕਿ ਜਿਹੜੇ ਅੱਜ ਇਹ ਐਕਟ ਨੇ ਇਹ ਦੋ ਕਾਂਗਰਸ ਨੇ ਆਪਦੇ ਮੈਨੀਫੈਸਟੋ 'ਚ ਆ ਦੋ ਮੈਨੀਫੈਸਟੋ ਨੇ ਉਹਦੇ 'ਚ ਸਪਸ਼ਟ ਕੀਤਾ ਹੋਇਆ ਕਿ APMC ਐਕਟ ਲਾਗੂ, ਇਹਨੂੰ ਅਸੀਂ ਤਬਦੀਲ ਕਰਾਂਗੇ। ਇਹ ਦੋਵੇਂ ਐਕਟ ਮੈਂ ਕਿਹਾ ਇਹ ਮੈਨੀਫੈਸਟੋ ਨੂੰ ਵੀ ਰੱਦ ਕਰੋ ਔਰ ਇਹ ਐਕਟ ਜਿਹੜੇ 2006 ਦਾ ਸੀ ਕੰਟਰੈਕਟ ਆਪਣਾ ਟ੍ਰੇਡਿੰਗ ਦਾ, ਨਾਮ ਦਾ, ਕੈਪਟਨ ਅਮਰਿੰਦਰ ਸਿੰਘ ਦਾ, ਉਹਨੂੰ ਰੱਦ ਕਰੋ। 17 ਦਾ ਕਰੋ। ਵਿੱਚੋਂ ਉੱਠ ਕੇ ਕਾਂਗਰਸੀ ਕਹਿੰਦਾ ਕਿ ਨਹੀਂ ਜੀ 2013 ਦਾ ਕਰੋ। ਮੈਂ ਬੋਲਦੇ ਕਿਹਾ, ਮੈਂ ਕਿਹਾ ਜੀ ਐ ਕਰੋ 2006, 2013, 2017 ਇਹ ਸਾਰੇ ਰੱਦ ਕਰ ਦਿਓ ਇਫ ਯੂ ਵਾਂਟ। ਤੇ ਮੈਂ ਪੜ੍ਹ ਕੇ ਸੁਣਾ ਦਿੰਦਾ ਸੋ ਦੈਟ ਇਹ ਨਾ ਲੱਗੇ ਕਿ ਮਜੀਠੀਆ ਕਿਸੇ ਗੱਲ ਤੋਂ ਗੱਲ ਝੂਠ ਬੋਲ ਰਿਹਾ। ਇਹ ਸਪਸ਼ਟ ਉੱਥੇ ਗੱਲ ਹੋਈ, ਮਗਰ ਉਸ ਵੇਲੇ ਚੰਨੀ ਸਾਹਿਬ ਨੇ ਕਿਹਾ ਛੱਡੋ ਜੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਆਪਾਂ ਗੱਲ ਮੁਕਾਈਆ। ਮੈਂ ਕੀ ਕਿਹਾ ਇੱਥੇ, ਮੈਂ ਕਿਹਾ ਕਿ ਜੀ ਜਿਹੜੇ ਅਸੀਂ ਇਹ ਤਿੰਨੇ ਸੈਂਟਰਲ ਐਕਟ ਰਿਪੀਲ ਕਰ ਰਹੇ ਹਾਂ ਉੱਥੇ ਪੰਜਾਬ ਸਰਕਾਰ ਦਾ 2017 ਦਾ ਐਕਟ ਕੁਝ ਮੈਂਬਰ ਇਸ ਬਾਰੇ ਬੋਲ ਕੇ ਗਏ ਹਨ, ਚਾਹੇ ਐਕਟ 2017 ਦਾ ਹੈ ਚਾਹੇ 2006 ਦਾ ਹੈ ਜਾਂ ਦਾ ਹੈ, ਕਿਉਂਕਿ ਉਸ ਵਿੱਚ ਵੀ ਕੁਝ ਈ ਟ੍ਰੇਡਿੰਗ, ਡਾਇਰੈਕਟ ਮਾਰਕੀਟਿੰਗ 2013 ਦਾ ਵੀ ਹੈ, ਵਿੱਚ ਲੈ ਲਓ, ਤੁਹਾਡੀ ਸਰਕਾਰ ਹੈ। ਮੈਂ ਕਹਿੰਦਾ ਹਾਂ ਕਿ ਇਸ ਨੂੰ ਵਿੱਚ ਲੈ ਲਓ, ਇਹ ਜੀ ਕੋਈ ਗੱਲ ਨਹੀਂ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੁਸੀਂ 2006, 2013, 2017 ਅਤੇ 2020 ਦੇ ਐਕਟ ਦੀ ਗੱਲ ਵਿੱਚ ਪਾ ਲਓ ਕਿ ਅਸੀਂ ਸਾਰੇ ਰਿਪੀਲ ਕਰਦੇ ਹਾਂ। ਇਹ ਗੱਲ ਅਕਤੂਬਰ ਜਦੋਂ 2020 ਦਾ ਸੈਸ਼ਨ ਸੀ ਉਦੋਂ ਬੋਲੀ ਗਈ ਸੀ, ਮਗਰ ਅੱਜ ਫੇਰ ਡਰਾਮਾ ਰਚਤਾ। ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸ ਦਿਓ ਕਿ ਅੱਜ ਕਿਸੇ ਰੈਜ਼ੋਲੂਸ਼ਨ ਦਾ ਅਸਰ ਹੈ ਜਦ ਪਹਿਲਿਆਂ ਦਾ ਚਾਰਾਂ ਦਾ ਕੁਝ ਨਹੀਂ ਬਣਿਆ ਤੇ ਅੱਜ ਕੀ ਹੋਇਆ। ਇਸ ਲਈ ਮੈਂ ਕਿਹਾ ਦੋ ਹਿੱਸਿਆਂ 'ਚ ਡਿਵਾਈਡ ਕਰੋ। ਜੇ ਅਸੀਂ ਮੁੱਦਿਆਂ ਤੇ ਸੀਰੀਅਸ ਹਾਂ ਤੇ ਲੈਟਸ ਸੈਂਡ ਅ ਨਿਰਣੈ ਕੋਲ ਫੈਸਲਾ ਇੱਥੋਂ ਜਿਹਦੇ ਨਾਲ ਕੋਈ ਅਸਰ ਜਾਵੇ। ਔਰ ਅੱਜ ਮੈਂ ਧੰਨਵਾਦੀ ਹਾਂ ਕਿ ਸਾਹਿਬ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਤਾਂ ਕਬੂਲੀ ਅੱਜ ਕਿ ਅਸੀਂ 1.5 ਸਾਲ ਤੋਂ ਉਹਨਾਂ ਮੀਟਿੰਗਾਂ ਦਾ ਹਿੱਸਾ ਲੈ ਰਹੇ ਸੀ। ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ। ਜਿਹ 'ਚ ਕਾਨ ਸਿੰਘ ਪੰਨੂ ਵੀ ਗਏ ਆ, ਜਿਹ 'ਚ ਇੱਕ 'ਚ ਕੈਪਟਨ ਸਾਹਿਬ ਦੀ ਗੈਰ ਹਾਜ਼ਰੀ ਹੈ ਤੇ ਇੱਕ 'ਚ ਸਾਹਿਬ ਮਨਪ੍ਰੀਤ ਸਿੰਘ ਗਏ। ਔਰ ਉਹਦੇ 'ਚ ਇਹ ਗੱਲ ਅੱਜ ਤੱਕ ਇਹਨਾਂ ਨੇ ਚੈਲੰਜ ਨਹੀਂ ਕੀਤੀ ਜਿਹੜੀ ਫਲੋਰ ਆਫ ਦਾ ਹਾਊਸ ਲੋਕ ਸਭਾ 'ਚ ਮਿਨਿਸਟਰ ਰਾਓ ਸਾਹਿਬ ਪਾਟਿਲ 92 ਨੇ ਕਹੀ ਸੀ। ਇਫ ਦਾ ਮੈਂ ਅਸੀਂ ਗੱਲ ਕਹੀ, ਉਹਨੇ ਕਿਹਾ ਕਿ ਅਸੀਂ ਹਾਈ ਪਾਵਰਡ ਕਮੇਟੀ ਬਣਾਈ ਸੀ। ਉਸ ਹਾਈ ਪਾਵਰਡ ਕਮੇਟੀ 'ਚ ਕਿੰਨੇ ਕਾਂਗਰਸ ਦੇ CM ਸ਼ਾਮਿਲ ਸੀ ਔਰ ਇਹ ਗੱਲ ਕਹੀ ਗਈ ਸੀ ਕਿ ਜੇ ਕੋਈ ਗੱਲ ਸੀ ਤੁਹਾਨੂੰ ਪਤਾ ਸੀ ਤੁਸੀਂ ਸਭ ਨੂੰ ਦੱਸਦੇ ਜਾਂ ਉਹ 'ਚ ਵਿਰੋਧ ਕਰਦੇ। ਆ ਸੈਂਟਰਲ ਮਿਨਿਸਟਰ ਨੇ ਕਿਹਾ ਕਿ ਸਾਡੇ ਨੂੰ ਕਿਸੇ ਨੇ ਵਿਰੋਧ ਨਹੀਂ ਕੀਤਾ ਅੱਜ ਤੱਕ। ਕੀ ਉਹਦੇ ਖਿਲਾਫ ਕੋਈ ਮਤਾ ਉਹ ਲਿਆਏ ਆ ਜੀ ਉਹਦੇ ਨਿਖੇਧੀ ਦਾ ਜਾਂ ਉਹਨੂੰ ਕੁਐਸਚਨ ਕਰਦੇ ਹੋ ਕਿ ਤੁਸੀਂ ਗਲਤ ਗੱਲ ਕਰ ਰਹੇ ਹੋ? ਕੁਛ ਨਹੀਂ। ਸੋ ਕਹਿਣ ਦਾ ਭਾਵ ਕਿ ਅੱਜ ਇੱਕ ਕੇਵਲ ਤੇ ਕੇਵਲ ਡਰਾਮਾ ਹੋਇਆ ਕਿ ਕਿਸਾਨਾਂ ਲਈ ਕੁਝ ਦਿੱਤਾ ਗਿਆ, ਨਹੀਂ ਦਿੱਤਾ ਗਿਆ। ਔਰ ਸੇਮ ਚੀਜ਼ ਮੈਂ ਤੁਹਾਨੂੰ ਦੱਸ ਰਿਹਾ, ਇਹ ਮੁੜ ਕੇ ਲੈ ਜੀ ਬਿਜਲੀ ਦੇ। ਵੇਖੋ ਕਮਾਲ ਹੋ ਗਈ। ਅੱਜ ਮੈਂ ਇੱਕ ਫੋਟੋ ਰਿਲੀਜ਼ ਕਰਨ ਲੱਗਿਆ ਕਿਉਂਕਿ ਠੋਕੋਤਾਲੀ ਦਾ ਤਾਂ ਪਤਾ ਹੀ ਨਹੀਂ ਲੱਗਦਾ। ਕਹਿੰਦਾ ਜੀ ਕੱਲ ਪਰਸੋਂ ਟਵੀਟ ਕੀਤੀ ਸੀ ਕਿ 2013 ਦਾ ਜਿਹੜਾ ਕੰਟਰੈਕਟ ਫਾਰਮਿੰਗ ਦਾ ਐਕਟ ਹੈ ਉਹ ਸੈਂਟਰ ਨੇ ਪੰਜਾਬ ਤੋਂ ਲਿਆ। ਇਹਨੂੰ ਇੰਨੀ ਗੱਲ ਪੁੱਛ ਲਿਓ, ਇੱਕ ਤਾਂ ਰਿਕਾਰਡ ਕੱਢਿਓ ਵਿਧਾਨ ਸਭਾ ਦਾ 2013 'ਚ ਇਹ ਕੰਟਰੈਕਟ ਫਾਰਮਿੰਗ ਸਰਬਸੰਮਤੀ ਨਾਲ ਪਾਸ ਹੋਈ ਹੈ। ਦੂਜੀ ਗੱਲ ਬੀਬੀ ਨਵਜੋਤ ਕੌਰ ਸਿੱਧੂ ਉਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਸੀ, ਤੂੰ ਸਾਡਾ MP ਸੀ, ਤੂੰ ਕਦੋਂ ਇਹਦਾ ਵਿਰੋਧ ਕੀਤਾ ਇਹ ਦੱਸ ਦਿਓ, ਕੋਈ ਰਿਕਾਰਡ ਦਿਖਾ ਦਿਓ। ਜਸਟ ਬਿਕੋਜ਼ ਅੱਜ ਤੁਹਾਡੀ ਪੋਲਿਟਿਕਸ ਨੂੰ ਇਹ ਸੂਟ ਕਰਦਾ। ਜਿਵੇਂ ਰਾਹੁਲ ਗਾਂਧੀ ਨੂੰ ਪੱਪੂ ਬਣਾਉਣਾ ਤੇ ਪੱਪੂ ਬਣਾ ਦਿਓ, ਕਿ ਸੋਨੀਆ ਗਾਂਧੀ ਦੇ ਬਾਰੇ ਮੁੰਨੀ ਬਣਾਉਣਾ ਤਾਂ ਮੁੰਨੀ ਬਣਾ ਦਿਓ, ਕਾਂਗਰਸ ਨੂੰ ਸ਼ੀਲਾ ਨਾਲੋਂ ਵੱਧ ਨਿਲਾਮ ਦੱਸਣਾ ਤੇ ਉਹ ਦੱਸ ਦਿਓ। ਅੱਜ ਕਾਂਗਰਸ ਹਰ ਚੀਜ਼ ਦੀ ਦੇਣਦਾਰ ਹੋ ਗਈ।
ਔਰ ਇਹਨਾਂ ਗੱਲਾਂ ਨੂੰ ਮੈਂ ਕਿਹਾ ਡੋਂਟ ਮਿਸਲੀਡ ਦਾ ਹਾਊਸ। ਆਪਾਂ ਸਹੀ ਗੱਲ ਕਰੀਏ, ਦਿਸ ਆ ਪਾਰਟ ਆਫ ਰਿਕਾਰਡ। ਔਰ ਮੈਂ ਰਿਕਾਰਡ ਤੋਂ ਬਿਲਕੁਲ ਪਰਾ ਜਾ ਕੇ ਨਹੀਂ ਗੱਲ ਕਰ ਰਿਹਾ ਕਿ 2013 ਜਦੇ ਮਾਰਕੀਟ ਇਹ ਬਣਿਆ ਕੰਟਰੈਕਟ ਫਾਰਮਿੰਗ ਦਾ ਲਾਗੂ ਹੀ ਨਹੀਂ ਹੋਇਆ, ਕਿਉਂਕਿ ਉਹ 'ਚ ਕਮੇਟੀ ਬਣਨੀ ਸੀ, ਡਿਸਟ੍ਰਿਕਟ ਲੈਵਲ ਕਮੇਟੀ ਬਣਨੀ ਸੀ, ਸਟੇਟ ਲੈਵਲ ਬਣਨੀ ਸੀ। ਔਰ ਅੱਜ ਤੱਕ ਕੀ ਉਸ ਕੰਟਰੈਕਟ ਫਾਰਮਿੰਗ ਦੇ ਮੁੱਦੇ ਤੇ ਕਿਸੇ ਨੇ ਪ੍ਰੋਟੈਸਟ ਕੀਤਾ ਪੰਜਾਬ ਦੇ ਕਿਸੇ ਕੋਨੇ 'ਚੋਂ? ਨਹੀਂ, ਕਿਉਂਕਿ ਲਾਗੂ ਨਹੀਂ ਹੋਇਆ। ਨੌਨ ਇਸ਼ੂਜ਼ ਨੂੰ ਇਸ਼ੂਜ਼ ਬਣਾਇਆ ਜਾ ਰਿਹਾ ਜੀ। ਇਹ ਮੁੱਦਾ ਹੀ ਨਹੀਂ ਸੀ, ਮੁੱਦਾ ਤੇ ਕਾਲੇ ਕਾਨੂੰਨ ਸੀ, ਉਹਦੇ ਵਾਸਤੇ ਨਥਿੰਗ। ਅੱਜ ਫੇਰ ਕਿਸਾਨਾਂ ਤੇ ਆਈ ਵਾਚ ਕਰਕੇ ਅਸੀਂ ਪਾਰ ਗਏ। ਫਿਰ ਗੱਲ ਕਰਤੀ, ਚਲੋ ਇੱਕ ਗੱਲ ਦੀ ਤਾਂ ਤਸੱਲੀ ਆ ਕਿ ਪਾਵਰ ਪਰਚੇਸ ਐਗਰੀਮੈਂਟ ਇਹਨਾਂ ਤੋਂ ਕੈਂਸਲ ਨਹੀਂ ਹੋਣੇ, ਔਰ ਨਾ ਇਹਨਾਂ ਦੀ ਮਨਸ਼ਾ ਕਦੇ ਕੈਂਸਲ ਕਰਨ ਦੀ। ਔਰ ਮੈਂ 10 ਦਿਨ ਅੱਜ ਮੈਂ ਤੁਹਾਨੂੰ ਕਾਗਜ਼ ਹੀ ਰਿਲੀਜ਼ ਕਰ ਰਿਹਾ। ਦੇਖੋ ਇਹ ਬੜੇ ਚਾਤਰ ਤਰੀਕੇ ਨਾਲ ਕੀ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਕੈਪਟਨ ਗਿਆ ਸਭ ਕੁਝ ਬਦਲ ਗਿਆ। ਨਹੀਂ, ਕੈਪਟਨ ਵੀ ਕਾਂਗਰਸ ਸੀ, ਚੰਨੀ ਵੀ ਕਾਂਗਰਸ ਹੈ। ਅੱਜ 78 ਐਮਐਲਏ ਉਹੀ ਨੇ। ਅਲੀ ਬਾਬਾ ਦੇ ਬਦਲੇ ਨਾਲ 40 ਚੋਰਾਂ ਦੀ ਗੱਲ ਨਹੀਂ ਬਦਲ ਜਾਂਦੀ। ਮੈਂ ਅਫਸੋਸ ਨਾਲ ਕਹਿ ਰਿਹਾ ਇਹ ਗੱਲ। ਤੁਸੀਂ ਉਸ ਕੈਬਨਿਟ ਦੇ ਹਿੱਸੇ ਸੀ। ਮੈਂ ਕੈਬਨਿਟ ਦੀ ਨੋਟਿੰਗ ਦੇ ਰਿਹਾ ਤੁਹਾਨੂੰ। ਆਹ ਨੋਟਿੰਗ ਹੈ ਕੈਬਨਿਟ ਦੀ, ਜਿਹੜੀ ਸਪਸ਼ਟ ਕੀ ਕਹਿੰਦੀ ਆ, ਮੈਂ ਪੜ੍ਹ ਦਿੰਦਾ ਜੀ ਤੁਹਾਨੂੰ। The Council of Ministers is requested to approve the draft of white paper on power sector of Punjab placed at Annexure B. Further authorizes Honorable Chief Minister Punjab to make changes in the final draft of the white paper। और white paper दे दे मेरा भी। और ये white paper भी आज मैं जारी कर रहा। और अगे वो की कहते हैं कि मैं 3 वकीलों का पैनल बना रहा। 3 वकील किहड़े? देखो बड़े ध्यान नाल गल नोट करने वाली है पीपीए ते। एक चिदंबरम साहब AICC के मैंबर, एक अपना कपिल सिब्बल जी कांग्रेस के सीनियर आगू, ते तीजा रामाचंद्रन जी। और उन्हां तो सलाह लई जावे। और वो सवाल की है, ਉਹਦੇ 'ਚ ਮੰਗੇ ਕੀ ਗਏ सवाल? ਉਹਦੇ 'ਚ ਇਹ सवाल ਮੰਗੇ ਗਏ कि तुसी ये दसो, इफ जे ਤੁਹਾਡੇ ਕੋਲ है पेशेंस तो मैं पढ़ दिया कि थोड़े काले जे पैंदे जा रहे। ਉਹਦੇ 'ਚ सवाल की है? पहला सवाल है द लिस्ट ऑफ PPA एंटर्ड इनटू बाय द पावर प्रोड्यूसर्स। 14 नंबर लॉन्ग टर्म PPA ऑफ कन्वेंशनल पावर थर्मल, 122 लॉन्ग टर्म PPA ऑफ रिन्यूएबल एनर्जी। The panel of senior advocates are requested to review the PPAs। सवाल किया, can PSPCL proceed to terminate or repudiate any of the PPAs? If so, what should be the process to be adopted? पहला सवाल। दूसरा, can such PPAs be terminated with or without financial liability on PSPCL? If the termination involves the financial liability, the extent thereof। तीसरा सवाल, if any of the PPAs are to be terminated or repudiated, the consequences to PSPCL beside financial consequences। अगला सवाल, whether any of the PPAs can be renegotiated to reduce the cost to PSPCL, if so, in what manner and to what extent। अगला सवाल, whether there is any other avenue available to PSPCL to reduce the fixed charges or the energy charges payable under long-term PPA। अखीरला सवाल, any other option available to PSPCL in regard to long-term PPAs, reduction in the cost of PSPCL। ये सवाल चिदंबरम साहब नूं, कपिल सिब्बल साहब नूं, रामाचंद्रन जी नूं पए है। मैं पूछना चाहुंदा कि कित्थे वो सवालों के जवाब। और चन्नी साहब उस कैबिनेट के हिस्सा ने जिन्हें कमेटी बनाई है। आओ वाइट पेपर है, ये वाइट पेपर क्यों नहीं रिलीज किया? ਅੱਜ ਜਿਹੜਾ ਵਾਈਟ ਪੇਪਰ ਰਿਲੀਜ਼ ਹੋ ਰਿਹਾ ਉਹ ਪੋਲੀਟੀਕਲ ਵਾਈਟ ਪੇਪਰ ਰਿਲੀਜ਼ ਹੋ ਰਿਹਾ। ਉਹ ਕੇਵਲ ਤੇ ਕੇਵਲ ਲੋਕਾਂ ਨੂੰ ਮੂਰਖ ਬਣਾਉਣ ਲਈ, ਜੁਮਲਾਬਾਜ਼ੀ, ਧੋਖੇਬਾਜ਼ੀ। ਦਿਸ ਇਜ਼ देयर ਪੇਪਰਸ। ਮੈਂ ਕੈਬਨਿਟ ਦਾ ਇਹਨਾਂ ਦਾ ਫੈਸਲਾ ਜੀ ਚ ਚੰਨੀ ਸਾਹਿਬ, ਇਹ ਸਾਰੀ ਕੈਬਨਿਟ ਉਹੀ ਆ, ਇਹ ਉਹੀ ਲੋਕ ਨੇ। ਅੱਜ ਮਗਰ ਇਸ ਤੇ ਜਵਾਬ ਕੋਈ ਨਹੀਂ। ਔਰ ਤੁਸੀਂ ਵੱਡੀ ਗੱਲ ਵੇਖੋ, ਆ ਤੁਹਾਡੀ ਅਖਬਾਰ ਦੀ ਖਬਰ ਹੈ, ਜੇ ਤੁਸੀਂ PPAs ਕੈਂਸਲ ਕਰਨੇ ਆ, ਵਿਧਾਨ ਸਭਾ ਦੀ ਲੋੜ ਨਹੀਂ। थोड़ी लत्ता भार नहीं चलदियां ना, थोड़े तो BSF ते एग्जैक्टिव ऑर्डर दिता जा रहा कैबिनेट च। जे PPA कैंसल करने, तुसी कैंसल किने करने हैं? बिजली बोर्ड ने जां कैबिनेट ने। मगर ले जी विधान सभा सानू बाहर कढ़ता क्योंकि ये सवाल होने सी। आ की होया? 4 कैंसल किए 885 मेगावाट दे, सारे स्टे हो गए। क्यों हो गए स्टे? क्योंकि एक प्रोसैस है,
ਕਿ PSERC ਜੇ ਰੈਗੂਲੇਟਰੀ ਪੰਜਾਬ ਦੀ ਕੈਂਸਲ ਵੀ ਕਰਦੀ ਹੈ, ਉਹ ਅਪੀਲ ਕਰ ਸਕਦਾ ਹੈ ਟ੍ਰਿਬਿਊਨਲ ਤੇ। ਜੇ ਟ੍ਰਿਬਿਊਨਲ ਦੀ ਅਪੀਲ ਆਉਂਦੀ ਹੈ, ਹਾਈ ਕੋਰਟ ਜਾ ਸਕਦਾ ਹੈ, ਸੁਪਰੀਮ ਕੋਰਟ ਜਾ ਸਕਦਾ ਹੈ, ਪ੍ਰੋਸੈਸ ਹੈ। ਔਰ ਉਹ ਪ੍ਰੋਸੈਸ ਕਿੰਨੀ ਵਾਰੀ ਹਾਰ ਚੁੱਕੇ ਇਹਨਾਂ ਨੂੰ ਪਤਾ ਹੈ। ਸਭ ਤੋਂ ਵੱਡੀ ਗੱਲ ਵੇਖੋ ਇਸ ਸਰਕਾਰ ਦੀ ਨਲਾਇਕੀ, ਕੋਲ ਵਾਸ਼ਿੰਗ ਚਾਰजेस ਜਿਹੜੇ ਅਸੀਂ PSRC ਰੈਗੂਲੇਟਰੀ ਤੋਂ ਜਿੱਤੇ ਸਾਂ, ਟ੍ਰਿਬਿਊਨਲ ਤੋਂ ਜਿੱਤੇ ਸਾਂ, ਇਹਨਾਂ ਨੇ ਹਾਈ ਕੋਰਟ 'ਚ ਜਾ ਕੇ ਉਹ ਹਾਰ ਗਏ ਔਰ 12,000 ਕਰੋੜ ਦਾ ਇਹਨਾਂ ਨੇ ਉੱਤੇ ਭਾਰ ਪਵਾਤਾ। ਇਸ ਤਰ੍ਹਾਂ ਹੀ ਲਿਕੁਇਡੇਸ਼ਨ ਚਾਰजेस ਜਿਹੜਾ ਪਲਾਂਟ ਲੇਟ ਚੱਲਿਆ ਸੀ ਉਹ 1000 ਕਰੋੜ ਦਾ ਸੀ, ਉਹ ਪਵਾਤਾ। ਮੇਰਾ ਕਹਿਣ ਦਾ ਭਾਵ ਕਿ ਅੱਜ PSEB ਇੰਜੀਨੀਅਰਸ ਐਸੋਸੀਏਸ਼ਨ ਨੇ ਸਵਾਲ ਕੀਤੇ ਹੈ ਕਿ ਤੁਸੀਂ ਕੱਲਾ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਝੂਠੇ ਬਿਆਨ ਤੇ ਬਿਆਨ ਦਾਗੀ ਜਾਂਦੇ ਹੋ। 15,000 ਕਰੋੜ ਦੀ ਤਾਂ ਸਬਸਿਡੀ ਐਲਾਨਤੀ ਹੈ, ਪਿਛਲੀ ਸਬਸਿਡੀ ਦਿੱਤੀ ਨਹੀਂ, ਪੈਸੇ ਆਉਣੇ ਕਿੱਥੋਂ ਹੈ? PSPCL ਚੱਲਣਾ ਕਿਵੇਂ ਹੈ? ਉਸ ਮੁੱਦੇ ਤੇ ਕੋਈ ਡਿਸਕਸ਼ਨ ਨਹੀਂ ਚਾਹੁੰਦੇ ਸੀ। ਅੱਜ ਉੱਥੇ ਉਹ ਜਿਹੜੇ ਬੈਠੇ ਆ ਨਜ਼ਰ ਬੱਟੂ ਜੀ, ਉਹਨਾਂ ਨੇ ਐ ਤਾੜੀ ਮਾਰੀ ਜਾਣੀ, ਉਹਨੇ ਬੋਲੀ ਜਾਣਾ, ਉਹਨੇ ਤਾੜੀ ਮਾਰੀ ਜਾਣੀ। ਸਵਾਲ ਤਾਂ ਪੁੱਛਣ ਵਾਲਾ ਹੀ ਕੋਈ ਨਹੀਂ ਉੱਥੇ ਕਿ ਤੁਸੀਂ ਕੀ ਇਹ ਲੀਗਲੀ ਵੀ ਹੈ ਕਿ ਜੇ ਕੰਮ ਕਰਨਾ ਸੀ ਤੇ ਕੈਬਨਿਟ ਕਰਦੀ, ਬਿਕੋਜ਼ ਹੀ ਨੋਜ਼। ਅਖਬਾਰਾਂ ਨੇ 31 ਅਕਤੂਬਰ ਨੂੰ ਕੈਂਸਲ ਕੀਤੇ ਸੀ ਜਿਹੜੇ ਸਟੇ ਹੋ ਗਏ। ਇਹ ਕੇਸ ਇਹਨਾਂ ਨੇ ਜਿੱਤਣੇ ਹੀ ਨਹੀਂ। ਔਰ ਅਸੀਂ ਫੋਲੋ ਕਿਹੜਾ ਕੀਤਾ ਪ੍ਰੋਸੈਸ? ਡਾਕਟਰ ਮਨਮੋਹਨ ਸਿੰਘ ਦੇ ਸੈਂਟਰਲ ਇਲੈਕਟ੍ਰਿਸਿਟੀ ਰੈਗੂਲੇਟਰ, ਜੇ ਉਹਦੇ 'ਚ ਕੋਈ ਕਮੀ ਪੇਸ਼ੀ ਹੈ ਤੇ ਡਾਕਟਰ ਮਨਮੋਹਨ ਸਿੰਘ ਤੇ ਪਰਚਾ ਦਿਓਗੇ। ਔਰ ਤੁਹਾਨੂੰ ਮੈਂ ਦੱਸ ਦਿਆਂ, ਜਦ ਇਹ ਪਾਸ ਹੋਇਆ ਗਲੋਬਲ ਟੈਂਡਰ ਹੋਇਆ, ਪਾਰਦਰਸ਼ਨੀ ਟੈਂਡਰ ਹੋਇਆ, ਉਸ ਟੈਂਡਰ 'ਚ ਕਿਹਨੇ ਪਾਸ ਕੀਤਾ? ਜੈ ਸਿੰਘ ਗਿੱਲ ਉਸ ਵੇਲੇ ਰੈਗੂਲੇਟਰੀ ਦੇ ਚੇਅਰਮੈਨ ਸੀ, ਜਿਹੜੇ ਹੁਣ ਇਹਨਾਂ ਨੇ ਪੇ ਕਮਿਸ਼ਨ ਦੇ ਚੇਅਰਮੈਨ ਬਣਾਏ। ਦਿਓਗੇ ਪਰਚਾ? ਐਵੇਂ ਝੂਠ ਬੋਲੀ ਜਾਣਾ ਜੀ, ਲੋਕਾਂ ਨੂੰ ਗੁੰਮਰਾਹ ਕਰੀ ਜਾਣਾ।